ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਕਿਤੇ ਕਿਸਾਨ ਜਥੇਬੰਦੀਆਂ ਨੇ ਧਰਨੇ ਲਗਾਏ ਹੋਏ ਨੇ, ਮੋਰਚੇ ਲਗਾਏ ਹੋਏ ਨੇ ਤੇ ਕਿਤੇ ਸਿੱਖ ਜਥੇਬੰਦੀਆਂ ਨੇ ਮੋਰਚਾ ਲਾਇਆ ਹੋਇਆ ਹੈ ਤਾਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਦੋਸ਼ੀ ਬੇਨਕਾਬ ਕੀਤੇ ਜਾਣ। ਪਰ ਇਹਨਾਂ ਮੋਰਚਿਆਂ ਦੇ ਵਾਸਤੇ ਵਿਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਕੀ ਸੋਚ ਰਹੀ ਹੈ, ਕੀ ਮਾਹੌਲ ਪੰਜਾਬ 'ਚ ਲੱਗੇ ਮੋਰਚਿਆਂ ਦਾ ਬਾਹਰ ਦਰਸਾਇਆ ਜਾ ਰਿਹਾ ਹੈ, ਦਿਖਾਇਆ ਜਾ ਰਿਹਾ ਹੈ ਤੇ NRI ਵੀਰ ਕਿੱਦਾਂ ਸਪੋਰਟ ਕਰ ਰਹੇ ਨੇ ਇਹਨਾਂ ਮੋਰਚਿਆਂ ਨੂੰ। ਆਓ ਮਾਰਦੇ ਇੱਕ ਨਜ਼ਰ ਕੀ ਕਹਿ ਰਹੇ ਨੇ ਬਘੇਲ ਸਿੰਘ। ਸ਼ੰਭੂ ਬਾਰਡਰ ਤੇ ਜਿੱਥੇ ਵੀ ਕਿਤੇ ਧਰਨਾ ਲੱਗਾ ਵਾ ਉਹਨੂੰ ਕਿਉਂ ਫਿਰਨ ਡਏ ਹੋ? ਤੁਸੀਂ ਲੱਖੇ ਸਿਧਾਣੇ ਦੇ ਕੋਲ ਜਾਂਦੇ ਹੋ, ਤੁਸੀਂ ਲੱਖੇ ਸਿਧਾਣੇ ਨੂੰ ਇਹ ਸਵਾਲ ਕਰਨ ਦੀ ਬਜਾਏ ਕਿ ਹਾਂ ਬਈ ਲੱਖੇ ਬਾਈ ਤੂੰ ਰਿਲਾਇੰਸ ਦੇ ਪੰਪ ਬੰਦ ਕੀਤੇ, ਤੂੰ ਰਿਲਾਇੰਸ ਦੀਆਂ ਸਟੋਰ ਮਾਲ ਬੰਦ ਕੀਤੇ, ਤੂੰ ਰਿਲਾਇੰਸ ਦੇ ਜਿਹੜੇ ਕੋਈ ਸ਼ੋਰੂਮ ਜਾਂ ਕਿੱਦਾਂ ਕੁਝ ਵੀ ਆ ਉਹ ਬੰਦ ਕੀਤੇ, ਤੇਰੀ ਵਿਉਂਤਬੰਦੀ ਕੀ ਆ, ਤੇਰੀ ਰੂਪ ਰੇਖਾ ਕੀ ਆ ਪ੍ਰੋਗਰਾਮ ਦੀ, ਤੂੰ ਕੀ ਕਰਨਾ ਚਾਹੁੰਦਾ ਅਗਲੇ ਬੰਨੇ? ਤੁਸੀਂ ਲੱਖੇ ਦੇ ਮੂੰਹ 'ਚ ਕਿਹੜੇ ਬੋਲ ਪਾਉਣ ਡਏ ਹੋ? ਲੱਖੇ ਦੇ ਮੂੰਹ 'ਚ ਤੁਸੀਂ ਬੇ ਬੋਲ ਪਾਉਣ ਡਏ ਹੋ ਕਿ ਦੀਪ ਸਿੱਧੂ ਨਾਲ ਤੇਰਾ ਕੀ ਰੌਲਾ, ਦੀਪ ਸਿੱਧੂ ਤੇਰੇ ਤੋਂ ਵੱਖ ਕਿਉਂ ਹੋ ਗਿਆ? ਇਹਨੂੰ ਪੰਜਾਬ ਲਈ ਕੀਤੀ ਗਈ ਪੱਤਰਕਾਰੀ ਨਹੀਂ ਕਹਿੰਦੇ, ਇਹਨੂੰ ਸਰਕਾਰ ਦੇ ਕਪੂਰੇ ਚੱਟਣੇ ਕਹਿੰਦੇ ਆ। ਪੁਰਾਣੇ ਬੰਦੇ ਕਪੂਰਿਆਂ ਦਾ ਮਤਲਬ ਸਮਝ ਗਏ ਹੋਣਗੇ। ਸੌਰੀ ਟੂ ਸੇ ਮੈਨੂੰ ਥੋੜੇ ਜਿਹੇ ਲਫ਼ਜ਼ ਵਰਤਨੇ ਪੈ ਗਏ ਪਰ ਔਖੇ ਹੋ ਕੇ ਵਰਤੇ। ਤੁਸੀਂ ਦੀਪ ਸਿੱਧੂ ਕੋਲੋਂ ਜਾਂਦੇ ਹੋ, ਉੱਥੇ ਜੇ ਕੁਝ ਸਾਡੇ ਭਰਾ, ਸਾਡੇ ਕੋਈ ਬੱਚੇ ਜੇ ਕਿਤੇ ਉਹ ਸੜਕ ਤੇ ਬਹਿ ਗਏ ਆ, ਦੀਪ ਉਹਨਾਂ ਨੂੰ ਮਨਾਉਣ ਗਿਆ ਵਾ, ਦੀਪ ਉਹਨਾਂ ਨਾਲ ਪਹਿਲੀ ਤੇ ਗੱਲ ਮੈਂ ਇੰਨੀ ਗੱਲ ਕਹਿਣਾ ਕਿ ਕੋਈ ਵੀ ਬੰਦਾ ਇੰਨੀਆਂ ਇਕੱਠ ਦੇ ਵਿੱਚ, ਇੰਨੀ ਭੀੜ ਦੇ ਵਿੱਚ ਜਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦਾ। ਜੇ ਦੀਪ ਨੇ ਇੰਨੀ ਗੱਲਬਾਤ ਕੀਤੀ, ਜਾ ਕੇ ਦੀਪ ਉੱਥੇ ਗੱਲਬਾਤ ਕਰਨ ਡਿਆ, ਤੁਸੀਂ ਉਹਦੇ ਉੱਤੇ ਹੈਡਿੰਗ ਕੀ ਦਿੱਤਾ? ਨੌਜਵਾਨ ਹੋਏ ਦੀਪ ਦੇ ਖਿਲਾਫ ਤੇ ਦੀਪ ਦੇ ਨਾਲ ਹੋਈ ਝੜਪ ਨੌਜਵਾਨਾਂ ਦੀ। ਦੁਰਫੜੇ ਮੂੰਹ ਤੁਹਾਡੀ ਸੋਚ ਦਾ ਯਾਰ। ਤੁਸੀਂ ਪੰਜਾਬ ਲਈ ਪੱਤਰਕਾਰੀ ਕਰਨ ਡਏ ਹੋ ਜਾਂ ਗੌਰਮੈਂਟ ਲਈ ਪੱਤਰਕਾਰੀ ਕਰਨ ਡਏ ਹੋ? ਤੁਸੀਂ ਦੀਪ ਨੂੰ ਸਵਾਲ ਕਿਹੜੇ ਕਰਨੇ ਆ? ਤੁਸੀਂ ਉਹਨੂੰ ਸਵਾਲ ਕਿਹੜੇ ਕਰਨ ਡਏ ਹੋ? ਪਹਿਲਾਂ ਮੈਂ ਕਹਿੰਦਾ ਨਾ, ਪਾਰਟੀਆਂ ਨਾਲ ਜਾਂ ਵੱਡੇ ਲੀਡਰ ਜਿਹੜੇ ਵੱਡੇ ਮੇਜਰ ਲੀਡਰ ਬੈਠੇ ਜਿਹੜੇ, ਉਹਨਾਂ ਦੀ ਨਹੀਂ ਹੈਗੀ ਗੱਲ, ਹੈਗੀ ਸਾਡੀ ਸੋਚ ਦੀ। ਅਸੀਂ ਹਰ 5 ਸਾਲ ਬਾਅਦ ਲੀਡਰ ਤੇ ਬਦਲਦੇ ਆ, ਪਰ ਆਪਣੇ ਆਪ ਨੂੰ ਕਿੱਦਾਂ ਬਦਲਾਂਗੇ? ਠੀਕ ਠਾਕ ਜੀ ਬਾਬਿਓ, ਜਿੰਨੇ ਕੁ ਜੁੜ ਗਏ ਆਪਣੇ ਨਾਲ ਵੀਰ ਮੇਰੇ, ਇੰਨੀ ਕੁ ਗੱਲ ਦੱਸਿਓ। ਆਵਾਜ਼ ਆਉਂਦੀ ਆਪਾਂ ਨੂੰ? ਇਹਦਾ ਸਿਸਟਮ ਥੋੜਾ ਜਿਹਾ ਜੇ ਟਰੱਕ ਦੇ ਵਿੱਚ ਸੈੱਟ ਜਿਹਾ ਨਹੀਂ ਬਹਿਣ ਡਿਆ। ਜੇ ਆਵਾਜ਼ ਵੀਰ ਆਉਂਦੀ ਹੈ ਤਾਂ ਲਵ ਯੂ ਬਰਾੜ ਸਾਹਿਬ। ਹੋਰ ਸੁਣਾਓ, ਆਵਾਜ਼ ਕਿੱਦਾਂ ਬਾਬੇ? ਆਵਾਜ਼ ਦਾ ਮਾੜਾ ਜਿਹਾ ਦੱਸਿਓ, ਫਿਰ ਕਰੀਏ ਸ਼ੁਰੂ। ਕਿਰਪਾ ਸੰਦੀਪ ਸਿੰਘ ਢਿੱਲੋਂ ਜੀ, ਸਭ ਆਨੰਦ ਮੰਗਲ ਆ, ਬਾਬੇ ਦੀ ਕਿਰਪਾ। ਆਪਣਾ ਲੋਡ ਯਾਰ ਅੱਜ ਲੱਥਣਾ ਸੀ ਤੇ ਲੋਡ, ਪਰ ਭੁਪਿੰਦਰ ਸੰਧੂ ਜੀ ਵੀਰ ਜੀ, ਮੈਂ ਇੰਡੀਆ ਤੋਂ ਹੀ ਆਇਆ ਤੇ ਸਹੁੰ ਖਾ ਕੇ ਰੱਬ ਦੀ ਦੱਸਾਂ, ਮੈਂ 3 ਕੁ ਸਾਲ ਇੰਡੀਆ ਰਹਿ ਕੇ ਗਿਆ ਹਾਂ ਤੇ ਬੜਾ ਔਖਾ ਸਮਾਂ ਕੱਢਿਆ ਮੈਂ ਇੰਡੀਆ ਦੇ ਵਿੱਚ। ਠੀਕ ਹੈ ਜੀ, ਤੇ ਇਹਦੇ ਇੰਡੀਆ ਆਉਣ ਦਾ ਜਾਂ ਮਤਲਬ ਵੀ ਉੱਥੇ ਰਹਿਣ ਦਾ, ਤੇ ਜੇ ਤੇ ਤੁਸੀਂ ਇੰਨੀ ਕੁ ਮੈਂ ਗੱਲ ਕਹਿਣੀ ਚਾਹੁੰਦਾ ਵੀ ਜੇ ਤੇ ਤੁਸੀਂ ਸੁਖੀ ਹੋ ਇੰਡੀਆ ਤਾਂ ਮੈਨੂੰ ਵੀ ਆਵਾਜ਼ ਮਾਰ ਲਓ, ਤੇ ਜੇ ਤੁਸੀਂ ਦੁਖੀ ਹੋ ਤੇ ਫਿਰ ਸੌਰੀ, ਫਿਰ ਨਾ ਮਤਲਬ ਵੀ ਆਵਾਜ਼ ਮਾਰੋ। ਤੇ ਬਾਕੀ ਬਾਬਿਓ, ਆਪਾਂ ਜਿੰਨੀ ਕੁ ਕੋਸ਼ਿਸ਼ ਸਾਡੇ ਕੋਲ ਹੋਣ ਡਈ ਆ, ਜਿੰਨੀ ਕੁ ਆਪਾਂ ਕਰ ਸਕਦੇ ਆ, ਉਨੀ ਕੁ ਆਪਾਂ ਬਾਹਰੋਂ ਵੀਰਾਂ ਆਪਣਿਆਂ ਨੂੰ ਬੇਨਤੀ ਕਰਕੇ ਤੇ ਆਪਣੀ ਵੱਲੋਂ ਜਿੰਨੇ ਕੁ ਵੀਰ ਆਪਾਂ ਭੇਜ ਸਕਦੇ ਸੀ ਓਨੇ ਕੁ ਵੀਰ ਭੇਜ ਕੇ ਸ਼ੰਭੂ ਬਾਰਡਰ ਤੇ ਜਿੱਥੇ ਵੀ ਕਿਤੇ ਧਰਨਾ ਲੱਗਾ ਵਾ। ਹਾਂ ਬਾਬੇ, ਮੈਂ ਯੂਟਾ ਵਾਂ ਬਾਬੇ, ਬੈਠਾ ਮੈਂ ਅੱਜ ਤੇ ਸਵੇਰੇ ਲਾਉਣਾ ਲੋੜ। ਤੇ ਵੀਰੇ ਉਹ ਗੱਲ ਓਨੀ ਕੁ ਆਪਾਂ ਮਤਲਬ ਵੀ ਕੋਸ਼ਿਸ਼ ਡਏ ਆ ਕਰਨ। ਅੱਜ ਆਪਣੇ ਭਰਾਵਾਂ ਨੇ ਕੈਨੇਡਾ ਦੇ ਵਿੱਚ ਵੀ ਇੱਕ ਰੈਲੀ ਕੱਢੀ ਸੀ। ਸਤਿ ਸ਼੍ਰੀ ਅਕਾਲ ਬਾਬਿਓ ਸਭ ਨੂੰ ਜੀ। ਤੇ ਸਾਰਿਆਂ ਨੂੰ ਮਤਲਬ ਵੀ ਬੇਨਤੀ ਕੀਤੀ ਸੀ ਕੱਲ, ਤੇ ਵਧੀਆ ਰਿਹਾ ਬਾਬਾ ਜੀ, ਬਹੁਤ ਵਧੀਆ ਰਿਸਪੌਂਸ ਦਿੱਤਾ ਆਪਣੇ ਪੰਜਾਬੀ ਵੀਰਾਂ ਨੇ। ਤੇ ਧੰਨਵਾਦ ਬਾਬਾ ਪਰਮਜੀਤ ਸਿੰਘ ਕਾਲੀ ਜੀ, ਬਹੁਤ ਬਹੁਤ ਮਿਹਰਬਾਨੀ ਜਿਹੜੇ ਵੀਰ ਚਲੋ ਉੱਥੇ ਪਹੁੰਚੇ ਆ।
ਤੇ ਇੱਥੇ ਅਮਰੀਕਾ ਦੇ ਵਿੱਚ ਵੀ ਕੱਲ ਆਪਣੇ ਪੰਜਾਬੀ ਵੀਰਾਂ ਨੇ ਚੰਗਾ ਵਧੀਆ ਇੱਕ ਪ੍ਰੋਗਰਾਮ ਉਲੀਕਿਆ ਸੀ, ਜਿਹੜਾ ਬਹੁਤ ਵਧੀਆ ਰਿਹਾ। ਤੇ ਬਸ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਵਾਂ ਮੈਂ ਕਿ ਇਦਾਂ ਹੀ ਜੇ ਆਪਾਂ ਲਾਮਬੰਦ ਰਹੀਏ ਨਾ ਤੇ ਵਧੀਆ ਤਰੀਕੇ ਨਾਲ ਹੋਊਗਾ। ਬਾਕੀ ਬਾਹਰ ਵਾਲੇ ਬੰਨਿਓ ਵੀਰੋ, ਤੁਸੀਂ ਜੇ ਖੜੇ ਹੋ ਤਾਂ ਬਾਹਰ ਵਾਲੇ ਬੰਨਿਓ ਤੁਹਾਨੂੰ ਫੁੱਲ ਸਪੋਰਟ ਮਿਲ ਜਾਣੀ ਆ। ਸਪੋਰਟ ਲੋਕ ਕਰ ਵੀ ਰਹੇ ਆ ਆਪਣੇ ਭਰਾਵਾਂ ਦੀ, ਤੇ ਕਿਸੇ ਗੱਲ ਤੋਂ ਵੀ ਮਤਲਬ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਬੰਦੇ ਨੂੰ ਵੀ ਜਾਂ ਵੀ ਬਾਹਰ ਵਾਲੇ ਬੰਦੇ ਪਤਾ ਨਹੀਂ ਕਿੱਥੇ ਜਦੋਂ ਲੋੜ ਪਈ ਤੇ ਖੜਨਗੇ ਜੇ। ਬਾਕੀ ਹਾਂਜੀ ਨਰਿੰਦਰ ਸਿੰਘ ਜੀ, ਤੁਹਾਡੇ ਵਰਗੇ ਵੀਰ ਮਿਲੇ ਇਹ ਪੱਤਰਕਾਰ ਇਹਦੇ ਸਮਾਜ ਸੇਵੀਆਂ ਦੇ ਮਸਲੇ ਤੋਂ ਬਾਅਦ ਤੇ ਬੜਾ ਕੁਝ ਖੋਇਆ ਗਵਾਇਆ, ਬੜਾ ਕੁਝ, ਪਰ ਜਿਹੜੇ 5 7 10 ਬੰਦੇ ਮਿਲ ਗਏ ਆ ਨਾ ਆਪਾਂ ਨੂੰ ਨਾਲ ਖੜਨ ਵਾਲੇ ਇੰਨੇ ਹੀ ਬਹੁਤ ਆ। ਤੇ ਬਾਕੀ ਵੀਰੋ ਗੱਲ ਕਰਦੇ ਆ ਹੁਣ ਆਪਣੀ, ਠੀਕ ਹੈ ਜੀ। ਤੇ ਹਾਂਜੀ ਜੋਤੀ ਸਿੰਘ ਮਾਨ ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪਣੀ, ਅੱਜ ਤੁਸੀਂ ਜਿਹੜਾ ਕੰਮ ਕੀਤਾ ਕੈਨੇਡਾ ਦੇ ਵਿੱਚ, ਬੜੀ ਕਿਰਪਾ ਰਹੀ ਗੁਰੂ ਸਾਹਿਬ ਦੀ। ਤੁਹਾਡੇ ਜਿਹੜੀ ਤੁਸੀਂ ਰੈਲੀ ਜਿਹੜਾ ਕੋਈ ਰੋਸ ਮਾਰਚ ਕੱਢਿਆ ਉਹਦੇ ਵਿੱਚ ਮਤਲਬ ਵੀ ਕਾਫੀ ਸ਼ਮੂਲੀਅਤ ਸੀ ਆਪਣੇ ਯੂਥ ਦੀ, ਤੇ ਯੂਥ ਨੇ ਮਤਲਬ ਵੀ ਵਧੀਆ ਰਿਸਪੌਂਸ ਜਿਹੜਾ ਦਿੱਤਾ ਤੁਹਾਡੀ ਆਵਾਜ਼ ਨੂੰ ਇੱਕ ਆਪਣੇ ਕਿਸਾਨ ਭਰਾਵਾਂ ਦੇ ਹੱਕ ਲਈ। ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਹਾਂਜੀ ਤੇ ਹੁਣ ਗੱਲ ਕਰ ਲੈਂਦੇ ਆਪਣੇ ਲੀਡਰਾਂ ਦੀ। ਲੀਡਰ ਸਪੈਸ਼ਲੀ 2 ਜਿਹੜੇ ਬੰਦੇ ਤੁਸੀਂ ਦੋਵਾਂ ਚੋਂ ਪਿਛਲੇ 2 ਦਿਨ ਦੇ ਵਿੱਚ ਚੈੱਕ ਕੀਤੇ ਹੋਣਗੇ, ਹੰਸਰਾਜ ਹੰਸ ਤੇ ਮੁਹੰਮਦ ਸਦੀਕ। ਹੁਣ ਮੈਂ ਇੱਥੇ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਪਾਰਟੀ ਨੂੰ ਲੈ ਕੇ ਨਾ ਇਸ ਗੱਲ ਨੂੰ ਮਤਲਬ ਵੀ ਤੁਸੀਂ ਮੇਰੇ ਭਰਾ ਗੁੱਸੇ ਹੋਏ ਹੋ, ਜਾਂ ਕਾਂਗਰਸ ਦੀ ਗੱਲ ਹੋਵੇ ਜਾਂ ਭਾਜਪਾ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਗੱਲ ਹੋਵੇ, ਗੱਲ ਨੂੰ ਸੋਚਿਓ ਤੇ ਸਮਝਿਓ ਤੇ ਫਿਰ ਗੱਲਬਾਤ ਜਿਹੜੀ ਆ ਉਹ ਅੱਗੇ ਆਪਾਂ ਕਰਾਂਗੇ। ਹੁਣ ਗੱਲ ਕਰੀਏ ਮੁਹੰਮਦ ਸਦੀਕ ਦੀ, ਜਿਹੜਾ ਬੰਦਾ ਜਿੱਥੇ ਗੱਲ ਕਰਨ ਦਾ ਬਣਦਾ ਵਾ, ਹੱਕ ਬਣਦਾ, ਜਾਂ ਜਿੱਥੇ ਜਾ ਕੇ ਗੱਲ ਕਰਨੀ ਆ ਉੱਥੇ ਜਾ ਕੇ ਸੌਂ ਕੇ ਵਾਪਸ ਆ ਜਾਂਦਾ, ਤਾਂ ਉਹਦੇ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਉਹ ਬੰਦਾ ਸਾਡੇ ਹੱਕਾਂ ਲਈ ਖੜੂਗਾ। ਗੱਲ ਇੱਥੇ ਮੁਹੰਮਦ ਸਦੀਕ ਦੀ ਨਹੀਂ ਗੀ, ਗੱਲ ਸਾਡੀ ਸੋਚ ਦੀ ਆ, ਗੱਲ ਸਾਡੀ ਚੋਣ ਦੀ ਆ, ਗੱਲ ਸਾਡੀ ਪਸੰਦ ਦੀ ਆ, ਗੱਲ ਸਾਡੀ ਜਿਹੜੀ ਉਹ ਮਾਨਸਿਕਤਾ ਦੀ ਆ। ਅਸੀਂ ਕਿਹੜੇ ਬੰਦੇ, ਮੈਂ ਪਹਿਲਾਂ ਵੀ ਕਹਿੰਦਾ ਨਾ, ਪਾਰਟੀਆਂ ਨਾਲ ਜਾਂ ਵੱਡੇ ਲੀਡਰ ਜਿਹੜੇ ਵੱਡੇ ਮੇਨ ਮੇਜਰ ਲੀਡਰ ਬੈਠੇ ਜਿਹੜੇ, ਉਹਨਾਂ ਦੀ ਨਹੀਂ ਹੈਗੀ ਗੱਲ, ਹੈਗੀ ਸਾਡੀ ਸੋਚ ਦੀ। ਅਸੀਂ ਹਰ 5 ਸਾਲ ਬਾਅਦ ਲੀਡਰ ਤੇ ਬਦਲਦੇ ਆ, ਪਰ ਆਪਣੇ ਆਪ ਨੂੰ ਕਿੱਦਾਂ ਬਦਲਾਂਗੇ? ਰੋਮੇ ਭਾਈ ਵਧੀਆ, ਸਭ ਕੁਝ ਚੜ੍ਹਦੀ ਕਲਾ ਜੀ। ਤੇ ਆਪਣੀ ਸੋਚ ਨੂੰ ਕਦੋਂ ਬਦਲਾਂਗੇ? ਅਸੀਂ ਬਦਲਤਾ, ਲੀਡਰ ਬਦਲਤਾ, ਇੱਕ ਲਾ ਤਾਂ ਦੂਜਾ ਲੈਣ ਦਾ, ਬਟ ਕੀ ਉਹ ਬੰਦਾ ਸਾਡੀ ਸੋਚ ਦਾ ਹਾਣੀ ਹੈਗਾ? ਉਹ ਬੰਦਾ ਸਾਡਾ ਕਰਕੇ ਕਿਤੇ ਖੜ ਸਕਦਾ? ਉਹ ਬੰਦੇ ਨੂੰ ਮਤਲਬ ਵੀ ਜਿੱਥੇ ਅਸੀਂ ਚੁਣ ਕੇ ਉਹਨੂੰ ਭੇਜਿਆ ਵਾ ਉੱਥੇ ਗੱਲਬਾਤ ਕਰਨ ਦੀ ਜਗ੍ਹਾ ਤੇ ਜਿਹੜਾ ਬੰਦਾ ਸੁੱਤਾ ਰਹਿੰਦਾ ਸਾਰੀ ਦਿਹਾੜੀ, ਉਹ ਬੰਦਿਆਂ ਨੂੰ ਚੁਣ ਕੇ ਅਸੀਂ ਆਪਣੇ ਸਿਰ ਤੇ ਬਿਠਾਤਾ, ਜਿਹੜੇ ਬੰਦੇ ਨੂੰ ਅਜੇ ਤੱਕ ਆਰਡੀਨੈਂਸ ਦਾ ਨਹੀਂ ਪਤਾ ਵੀ ਕੀ ਆ। ਉਹ ਕਹਿੰਦਾ ਮੈਂ ਪੜ੍ਹਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਠੀਕ ਹੈ ਜੀ। ਤੇ ਜੇ ਦੂਜਾ ਉਹ ਹੰਸਰਾਜ ਹੰਸ ਗਿਆ ਵਾ, ਮੈਂ ਤੇ ਇੰਨੀ ਕੁ ਗੱਲ ਕਹੂੰਗਾ ਵੀ ਸਾਡੀ ਸਾਲੀ ਸੌੜੀ ਮਾਨਸਿਕਤਾ ਇੱਕ ਪਾਰਟੀਬਾਜ਼ੀ ਦੇ ਉੱਤੇ ਆਣ ਕੇ ਅੜ ਗਈ। ਅਸੀਂ ਬੰਦਾ ਕਦੀ ਨਹੀਂ ਵੇਖਿਆ, ਅਸੀਂ ਪਾਰਟੀਬਾਜ਼ੀ ਵੇਖੀ ਵੀ ਇਹ ਅਕਾਲੀਆਂ ਦਾ ਬੰਦਾ, ਇਹ ਭਾਜਪਾ ਦਾ ਬੰਦਾ, ਇਹ ਕਾਂਗਰਸੀਆਂ ਦਾ ਬੰਦਾ, ਇਹ ਆਪ ਦਾ ਬੰਦਾ। ਸਾਡੀ ਆਪਣੀ ਸੋਚ ਦਾ ਲੈਵਲ ਤੇ ਸਾਲਾ 0 ਆ। ਸਾਡੀ ਆਪਣੀ ਸੋਚ ਦਾ ਲੈਵਲ 0 ਆ, ਠੀਕ ਹੈ ਨਾ? 0 ਕਿੱਦਾਂ ਵਾ ਕਿ ਅਸੀਂ ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਉਨੇ ਆ ਜਿਨ੍ਹਾਂ ਨੂੰ ਨਾ ਸਮਾਜਿਕ ਤੱਥਾਂ ਦਾ ਪਤਾ ਹੁੰਦਾ, ਨਾ ਇਤਿਹਾਸਕ ਤੱਥਾਂ ਦਾ ਪਤਾ ਹੁੰਦਾ, ਨਾ ਸਿਆਸਤ ਬਾਰੇ ਜਾਣਕਾਰੀ ਹੁੰਦੀ। ਇੱਕ ਸਿਰਫ ਉਹਨਾਂ ਦੇ ਉੱਤੇ ਪਾਰਟੀ ਦਾ ਠੱਪਾ ਹੁੰਦਾ, ਉਹ ਪਾਰਟੀ ਨੂੰ ਵੇਖ ਕੇ ਅਸੀਂ ਬਸ ਬਟਨ ਦੱਬ ਦੇਣਾ। ਹੁਣ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਵੀ ਬਾਈ ਇੰਨੀ ਕੁ ਗੱਲ ਮੈਨੂੰ ਦੱਸਿਓ ਵੀ ਮੁਹੰਮਦ ਸਦੀਕ ਅਰਗੇ ਬੰਦੇ ਨੂੰ ਜਿਹਨੂੰ ਤੁਸੀਂ ਚੁਣ ਕੇ ਅੱਗੇ ਲੈ ਆਂਦਾ, ਉਹ ਬੰਦੇ ਨੇ ਦੇਣ ਕੀ ਆ? ਉਸ ਬੰਦੇ ਦੀ ਸਮਾਜ ਨੂੰ ਕੀ ਦੇਣੀ?
ਜਿੰਨਾ ਚਿਰ ਤੱਕ ਅਸੀਂ ਕਿਸੇ ਬੰਦੇ ਦੀ ਸਮਾਜ ਨੂੰ ਦੇਣ ਨਹੀਂ ਵੇਖਦੇ, ਉਹ ਬੰਦੇ ਦੀ ਸਮਾਜ ਨੂੰ ਕੀ ਦੇਣਾ, ਉਹਨੇ ਤੁਹਾਡੇ ਵਾਸਤੇ ਕੀ ਕੀਤਾ, ਉਹਨੇ ਸਮਾਜ ਵਾਸਤੇ ਕੀ ਕੀਤਾ, ਉਹਨੇ ਕੌਮ ਵਾਸਤੇ ਕੀ ਕੀਤਾ, ਉਹਨੇ ਆਪਣੇ ਇਲਾਕੇ ਵਾਸਤੇ ਕੀ ਕੀਤਾ। ਠੀਕ ਹੈ ਨਾ ਜੀ। ਆਪਾਂ ਇਹ ਗੱਲ ਨਹੀਂ ਵੇਖਣੀ, ਅਸੀਂ ਸਿਰਫ ਪਾਰਟੀਬਾਜ਼ੀ ਵੇਖਣੀ ਵੀ ਪਾਰਟੀਬਾਜ਼ੀ ਕਿਹੜੀ ਆ। ਨਾ ਆਪਾਂ ਉਹ ਬੰਦੇ ਦਾ ਕੋਈ ਸੰਘਰਸ਼ ਵੇਖਿਆ, ਇੱਕ ਬੰਦਾ ਸਾਹਮਣੇ ਕੀਤਾ ਜਿਹੜਾ ਬੰਦੇ ਨੂੰ ਜਿਤਾ ਕੇ ਰੱਖ ਦਿੱਤਾ, ਉਹ ਬੰਦਾ ਭਾਲ ਦਿੱਤਾ, ਉਹ ਬੰਦਾ ਉੱਥੇ ਜਿੱਥੇ ਕੰਮ ਦੀ ਗੱਲ ਕਰਨੀ ਉੱਥੇ ਜਾ ਕੇ ਸੁੱਤਾ ਰਹਿੰਦਾ ਵਾ। ਜਿਹੜਾ ਸਭ ਤੋਂ ਤਗੜਾ ਪੰਜਾਬ ਦਾ ਇਸ਼ੂ ਆ ਉਸ ਬਾਰੇ ਬੰਦਾ ਉਹ ਕਹਿੰਦਾ ਵੀ ਮੈਨੂੰ ਇਸ ਬਾਰੇ ਪਤਾ ਹੀ ਨਹੀਂ, ਮੈਂ ਪੜ੍ਹਿਆ ਹੀ ਨਹੀਂ ਅਜੇ। ਹੱਦ ਆ ਯਾਰ, ਮੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਜਿਹੜੇ ਬੰਦੇ ਨੇ ਸਾਰੀ ਉਮਰ ਸਟੇਜਾਂ ਲਾ ਛੱਡੀਆਂ, ਖਾੜੇ ਲਾ ਛੱਡੇ, ਤੇ ਹੁਣ ਮੈਂ ਕਿਹਾ ਤੇ ਫਿਰ ਕੁਝ ਲੋਕਾਂ ਨੇ ਟੱਪਣਾ ਵਾ ਵੀ ਜਿਨ੍ਹਾਂ ਨੇ ਮਤਲਬ ਵੀ ਲੱਚਰਤਾ ਹੀ ਫੈਲਾ ਛੱਡੀ ਆ ਬਸ, ਤੇ ਉਹਨਾਂ ਬੰਦਿਆਂ ਨੂੰ ਅਸੀਂ ਆਪਣੇ ਲੀਡਰ ਬਣਾ ਕੇ ਤੇ ਉੱਥੇ ਬਿਠਾ ਦਿੱਤਾ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਣੀ ਸੀ, ਜਿੱਥੇ ਸਾਡੇ ਸਮਾਜ ਦੀ ਗੱਲ ਹੋਣੀ ਸੀ, ਜਿੱਥੇ ਸਾਡੀਆਂ ਮੁਸ਼ਕਲਾਂ ਦੇ ਹੱਲ ਹੋਣੇ ਸੀ। ਅਸੀਂ ਉੱਥੇ ਬਿਠਾ ਦਿੱਤਾ ਉਸ ਬੰਦੇ ਨੂੰ ਕਿ ਜਿਹੜਾ ਬੰਦਾ ਉੱਥੇ ਜਾ ਕੇ ਸਪੀਕਰ ਦੀ ਗੱਲ ਸੁਣਨੀ ਵੀ ਜ਼ਰੂਰੀ ਨਹੀਂ ਸਮਝਦਾ, ਵੀ ਜਿਹੜਾ ਬੰਦਾ ਏਡਾ ਲਾਹਨਤੀ ਬੰਦਾ ਵਾ ਵੀ ਜਿਹੜਾ ਉੱਥੇ ਸਪੀਕਰ ਦੀ ਗੱਲ ਸੁਣਨ ਦੀ ਜਗ੍ਹਾ ਤੇ ਜਾ ਕੇ ਸੁੱਤਾ ਹੁੰਦਾ। ਵਧੀਆ ਵਧੀਆ ਸਭ ਭਤੀਜੋ, ਕਿਰਪਾ ਆਨੰਦ ਮੰਗਲ। ਤੇ ਹੁਣ ਤੁਸੀਂ ਗੱਲ ਕਰ ਲਓ ਹੰਸਰਾਜ ਦੀ, ਤਾਂ ਹੰਸਰਾਜ ਨੂੰ ਜੇ ਕੱਲ ਕਿਸੇ ਨੇ ਕੀਤਾ ਸੀ, ਕਮੈਂਟ ਕੀਤਾ ਜਾਂ ਉਹਨੇ ਸਵਾਲ ਕੀਤਾ ਪੱਤਰਕਾਰ ਨੇ, ਤੇ ਹੰਸਰਾਜ ਨੂੰ ਕਿਹਾ ਗਿਆ ਵੀ ਤੁਸੀਂ ਕੀ ਅਸਤੀਫਾ ਦਿਓਗੇ, ਤਾਂ ਉਹ ਗਾੜੀਆਂ ਕਹਿੰਦਾ ਅਸੀਂ ਤਾਂ ਫੱਕਰ ਬੰਦੇ। ਯਾਰ ਫੱਕਰ ਬੰਦੇ ਹੋ ਤੁਸੀਂ, ਤੇ ਸਿਆਸਤ ਦੇ ਵਿੱਚ ਭੈਣ ਚੋ ਛੁਣਛਣਾ ਲੈਣ ਆਏ ਹੋ। ਸਿਆਸਤ ਜੇ ਤੁਹਾਡੀ ਦੌੜ ਦੇ ਫੱਕਰਪੁਣੇ ਤੱਕ ਆ, ਜੇ ਤੁਹਾਡੀ ਦੌੜ ਪਰਮਾਤਮਾ ਨਾਲ ਮਿਲਣ ਤੱਕ ਵਾ, ਜੇ ਤੁਹਾਡੀ ਦੌੜ ਜਿਹੜੀ ਆ ਉਹ ਮਸਤਾਂ ਮਲਾਣਿਆਂ ਤੱਕ ਵਾ, ਤੇ ਸਿਆਸਤ ਦੇ ਵਿੱਚ ਤੁਸੀਂ ਕਿਹੜੀ ਇਦਾਂ ਦੀ ਸ਼ੈ ਤੁਹਾਨੂੰ ਚੰਗੀ ਲੱਗੀ ਜਿਹੜੀ ਫੜਨ ਆਏ ਹੋ। ਫਿਰ ਤੁਸੀਂ ਕਹਿੰਦੇ ਮੈਂ 15 ਸਾਲ 14 ਸਾਲ ਵੇਟ ਕੀਤੀ, 14 ਸਾਲ ਬਾਅਦ ਬਣਿਆ ਤੇ ਹੁਣ ਤੁਸੀਂ ਅਸਤੀਫਾ ਮੰਗਣ ਦੇ। ਗੱਲ ਤੇ ਯਾਰ ਇਹ ਆ ਵੀ ਤੁਸੀਂ ਜਦੋਂ ਕੁਝ ਕਰਨਾ ਹੀ ਨਹੀਂ ਤੇ ਫਿਰ ਅਸਤੀਫਾ ਹੀ ਮੰਗਣਾ ਵਾ, ਤੁਹਾਡੇ ਅਸਤੀਫੇ ਦੀ ਗੱਲ ਹੋਣੀ ਆ। ਹਾਂ ਅਰੋਮੇ ਇਸ ਬਾਰੇ ਵੀ ਕਰਦੇ ਆ ਗੱਲ ਬਾਬੇ। ਤੇ ਗੱਲਬਾਤ ਜਿਹੜੀ ਸਾਡੀ ਆਪਣੀ ਸਮਝ ਤੋਂ ਤੇ ਪਰੇ ਆ, ਆਪਾਂ ਕਿਉਂਕਿ ਸ਼ੁਰੂ ਤੋਂ ਹੀ ਕਦੀ ਸਿਆਸਤ ਦੇ ਵਿੱਚ ਦਿਲਚਸਪੀ ਨਹੀਂ ਲਈ। ਬਟ ਇੰਨੀ ਕੁ ਗੱਲ ਮੈਂ ਕਹਿਣੀ ਚਾਹੁੰਦਾ ਵਾਂ ਵੀਰਿਓ ਵੀ ਸਾਡੀ ਸੋਚ ਯਾਰ ਸੌੜੀ ਆ ਬੜੀ। ਅਸੀਂ ਕਦੀ ਦਿਮਾਗ ਤੋਂ ਕੰਮ ਨਹੀਂ ਲਿਆ ਨਾ। ਕੁਝ ਲੋਕ ਨਾ ਮੈਨੂੰ ਜਦੋਂ ਇੱਕ ਮੇਰਾ ਭਰਾ ਮੈਨੂੰ ਮਿਲਿਆ ਤੇ ਮੈਨੂੰ ਉਹਨੇ ਇੰਨੀ ਗੱਲ ਆਖੀ ਵੀ ਆਪਣੀ ਸੋਚ ਉੱਚੀ ਕਰੋ। ਮੈਂ ਉਹਨੂੰ ਇਹ ਸਵਾਲ ਕੀਤਾ, ਮੈਂ ਕਿਹਾ ਬਾਈ ਸੋਚ ਉੱਚੀ ਕਿੱਦਾਂ ਕਰੀਏ ਵੀ ਆਪਾਂ ਗਾਲਾਂ ਕੱਢਣੀਆਂ ਬੰਦ ਕਰ ਦਿੱਤੀਆਂ, ਲੋਕਾਂ ਨੂੰ ਮਤਲਬ ਵੀ ਕੋਈ ਚੰਗਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ। ਤਾਂ ਉਹ ਕਹਿੰਦਾ ਨਹੀਂ ਭਾਈ, ਮੈਂ ਤੁਹਾਨੂੰ ਗਾਲਾਂ ਕੱਢਣੋਂ ਨਹੀਂ ਬੰਦ ਕਰਨ ਨੂੰ ਕਹਿੰਦਾ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਲੋਕਾਂ ਤੱਕ ਮਾੜਾ ਸੁਨੇਹਾ ਦਿੰਦੇ ਹੋ। ਕਹਿੰਦਾ ਜਿਹੜੀ ਤੁਹਾਡੀ ਸੋਚ ਆ ਨਾ ਉਹਨੂੰ ਦਿਲ ਦੇ ਵਿੱਚੋਂ ਕੱਢ ਕੇ ਤੇ ਇੱਥੇ ਖੜੋ, ਇੱਥੇ ਨਾ ਰੱਖੋ। ਕਹਿੰਦਾ ਜਿੰਨਾ ਚਿਰ ਸੋਚ ਤੁਹਾਡੀ ਸਾਲੀ ਦਿਲ ਤੇ ਅੜ ਗਈ ਆ ਨਾ, ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ। ਜਿੱਦਣ ਤੁਹਾਡੀ ਸੋਚ ਦਿਮਾਗ ਤੇ ਚੱਲ ਗਈ ਨਾ, ਉਦਣ ਤੁਸੀਂ ਕਾਮਯਾਬ। ਉਦ ਇਹਨੂੰ ਕਹਿੰਦਾ, ਇਹਨੂੰ ਅਸੀਂ ਕਹਿੰਦੇ ਵੀ ਇਹ ਸੋਚ ਉੱਚੀ ਕਰੋ, ਥੋੜੀ ਥੱਲਿਓਂ ਚੱਕ ਕੇ ਉੱਪਰ ਲੈ ਜਾਓ। ਉੱਪਰ ਕਿ ਖੜਕੋਗੇ ਉਹਦੇ ਵਿੱਚ ਵੇਖੋ, ਪਹਿਲਾਂ ਤਾਂ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋਗੇ, ਠੀਕ ਹੈ ਜੀ। ਉਹ ਪਰਿਵਾਰ ਦੇ ਬਾਅਦਾਂ ਤੁਹਾਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰੂਗੀ। ਉਸ ਤੋਂ ਬਾਅਦ ਤੁਹਾਨੂੰ ਆਪਣੇ ਜਿਹੜੀ ਸਮਾਜ ਬਾਰੇ ਸੋਚਣ ਦੀ ਤੁਹਾਡੀ ਸੋਚ ਜਿਹੜੀ ਹੈ ਨਾ, ਉਹ ਤੁਹਾਨੂੰ ਕੁਝ ਸੋਚਣ ਲਈ, ਕੁਝ ਚੰਗਾ ਕਰਨ ਲਈ, ਕੁਝ ਆਪਣੀਆਂ ਸਹੂਲਤਾਂ ਲਈ ਜਿਹੜੀ ਹੈ ਨਾ, ਉਹ ਮਤਲਬ ਵੀ ਸੋਚਣ ਲਈ ਉੱਚੀ ਹੋ ਜਾਊਗੀ ਥੋੜੀ ਜੀ, ਕਿਉਂਕਿ ਦਿਮਾਗ ਤੋਂ ਸੋਚਣਾ, ਦਿਲ ਤੋਂ ਨਹੀਂ ਸੋਚਣਾ। ਹਾਂਜੀ ਬਲਕਾਰ ਭਾਈ, ਮੈਂ ਕਰਦਾ ਫੋਨ ਤੁਹਾਨੂੰ ਬਾਅਦ ਚ ਲਾਈਵ ਤੋਂ ਬਾਅਦ। ਤੇ ਯਾਰ ਗੱਲਬਾਤ ਇਹ ਆ ਵੀ ਹੁਣ ਸਮਾਂ ਇਹ ਆ ਗਿਆ ਵਾ ਵੀ ਸਾਨੂੰ ਜਿਹੜਾ ਵਾ ਨਾ ਵੀਰੇ, ਇੱਕ ਤੇ
ਇਸ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਹੁਣ ਸਮਾਂ ਜਿਹੜੀ ਮੇਰੀ ਗੱਲ ਉਹ ਪੂਰੀ ਸੁਣ ਲਿਓ, ਫਿਰ ਆਪਾਂ ਦੀਪ ਬਾਰੇ, ਲੱਖੇ ਬਾਰੇ ਜਾਂ ਹੋਰ ਬਾਰੇ ਵੀ ਗੱਲਬਾਤ ਕਰਦੇ ਹਾਂ। ਮੈਂ ਫ੍ਰੀ ਹਾਂ ਕਾਫੀ ਚਿਰ। ਤੇ ਗੱਲਬਾਤ ਇਦਾਂ ਵਾ ਬਾਬਿਓ ਵੀ ਹੁਣ ਜਿਹੜਾ ਸਮਾਂ ਵਾ ਨਾ, ਹੁਣ ਸਮਾਂ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਮਤਲਬ ਵੀ ਜਿਹੜੇ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਦਿਲੋਂ ਲਓ। ਤੁਹਾਨੂੰ ਦਿਮਾਗ ਤੋਂ ਫੈਸਲੇ ਲੈਣੇ ਹੀ ਪੈਣੇ ਆ, ਤੇ ਉਹ ਵੀ ਤੁਹਾਨੂੰ ਬੰਦੇ ਦਾ ਪਿਛੋਕੜ ਵੇਖ ਕੇ, ਬੰਦੇ ਦਾ ਉਹਦੀ ਕਾਰਜਸ਼ੈਲੀ ਵੇਖ ਕੇ ਪਿਛਲੀ, ਫਿਰ ਤੁਹਾਨੂੰ ਚੁਣਨਾ ਪੈਣਾ ਬੰਦਾ। ਜੇ ਤੁਸੀਂ ਇੰਨੀ ਗੱਲ ਕਹੋਗੇ ਕਿ ਅਸੀਂ ਪਾਰਟੀ ਵੇਖ ਲੈਣੀ ਆ ਜਾਂ ਕੋਈ ਮਤਲਬ ਵੀ ਇੱਕ ਚਿਹਰਾ ਹੀ ਵੇਖ ਲੈਣਾ, ਉਹ ਗਾਉਂਦਾ ਵਾ, ਉਹ ਨੱਚਦਾ ਵਾ, ਉਹਦੀ ਕੋਈ ਹੋਰ ਭਾਵੇਂ ਦੇਣ ਸਮਾਜ ਨੂੰ ਨਾ ਹੋਵੇ, ਬਸ ਅਸੀਂ ਇਹ ਵੇਖਣਾ ਵਾ ਵੀ ਇਹ ਫੇਮਸ ਕਿੰਨਾ ਗਾ, ਉਹਦਾ ਕੰਮ ਕੋਈ ਨਹੀਂ ਵੇਖਣਾ। ਜਿੰਨਾ ਚਿਰ ਤੁਸੀਂ ਕੰਮ ਨਹੀਂ ਵੇਖਦੇ ਬੰਦੇ ਦੇ, ਜਿੰਨਾ ਚਿਰ ਤੁਸੀਂ ਬਸ ਉਹਦਾ ਚਿਹਰਾ ਵੇਖਦੇ ਹੋ, ਉਨਾ ਚਿਰ ਤੁਸੀਂ ਜਿਹੜੇ ਆ ਉਹ ਆਪਣੀ ਸਹੂਲਤਾਂ ਲਈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ, ਆਪਣੇ ਸਮਾਜ ਲਈ ਉਹਨੂੰ ਬੰਦੇ ਨੂੰ ਸਾਹਮਣੇ ਲਿਆਣ ਕੇ ਕੋਈ ਭਲਾ ਨਹੀਂ ਕਰਵਾ ਸਕਦੇ। ਨਹੀਂ ਮਨਦੀਪ ਸਿੰਘ ਜੀ, ਇਹ ਕੋਈ ਧੱਕਾ ਥੋੜਾ ਵਾ ਵੀ ਮੈਂ ਜਿਹੜੀ ਗੱਲ ਕਰਨ ਡਿਆ ਉਹ ਸਹੀ ਆ ਤੇ ਮਤਲਬ ਵੀ ਤੁਸੀਂ ਗਲਤ ਹੋ। ਤੁਸੀਂ ਮੁਹੰਮਦ ਸਦੀਕ ਦੀ ਸਪੋਰਟ ਦੇ ਵਿੱਚ ਪੋਸਟ ਪਾਓ, ਠੀਕ ਹੈ ਜੀ। ਤੁਸੀਂ ਉਹਦੇ ਆਪਣੇ ਹੰਸਰਾਜ ਦੇ ਹੰਸ ਸਪੋਰਟ ਦੇ ਵਿੱਚ ਪੋਸਟ ਪਾਓ। ਜੇ ਤੁਹਾਡੀ ਪੋਸਟ ਦੇ ਉੱਤੇ ਮੈਂ ਤੁਹਾਨੂੰ ਕੋਈ ਗਲਤ ਸ਼ਬਦਾਵਲੀ ਵਰਤਾਂ ਜਾਂ ਤੁਹਾਡੀ ਕੋਈ ਗੱਲ ਦਾ ਵਿਰੋਧ ਕਰਾਂ ਤਾਂ ਮੈਂ ਮਤਲਬ ਵੀ ਮਾਫੀ ਦਾ ਹੱਕਦਾਰ ਹੋਊਂਗਾ। ਬਟ ਜਿਹੜੀ ਮੈਂ ਗੱਲ ਕਰਨ ਡਿਆ ਵਾਂ ਉਹ ਗੱਲ ਤੁਸੀਂ ਸੁਣ ਲਿਓ। ਰਹੀ ਗੱਲ ਹਾਈਲਾਈਟ ਕਰਨ ਦੀ ਕਿਸੇ ਨੂੰ, ਮੈਂ ਤੇਰੀ ਗੱਲ ਦਾ ਇਸਦਾ ਵੀ ਜਵਾਬ ਦੇ ਦਿੰਦਾ। ਕਰੀਬ ਪਿਛਲੇ 35 ਸਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੋਂ ਬਾਅਦ ਕਿਹੜੇ ਲੀਡਰ ਦੇ ਉੱਤੇ ਯਕੀਨ ਕਰਕੇ ਆਪਾਂ ਧੋਖੇ ਖਾਦੇ ਆ। ਅੱਜ ਤੁਹਾਨੂੰ ਸਾਰਿਆਂ ਨੂੰ ਦੀਪ ਸਿੱਧੂ ਦੀਦਾ ਵੀ ਦੀਪ ਸਿੱਧੂ ਗਲਤ ਆ, ਦੀਪ ਸਿੱਧੂ ਗਲਤ ਆ, ਤੇ ਤੁਸੀਂ ਸਾਰੇ ਜਿੰਨੇ ਵੀ ਬੰਦੇ ਕਹੀ ਜਾਂਦੇ ਵੀ ਦੀਪ ਸਿੱਧੂ ਆਉਣ ਵਾਲਾ ਚਿਹਰਾ ਬਣਨਾ ਚਾਹੁੰਦਾ ਇਲੈਕਸ਼ਨ ਦੇ ਵਿੱਚ। ਤੇ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਜੇ ਉਹ ਬਣਨਾ ਵੀ ਚਾਹੁੰਦਾ ਵਾ, ਜੇ ਆਉਣਾ ਵੀ ਚਾਹੁੰਦਾ, ਮੰਨ ਲਓ ਉਹਦੀ ਇਹ ਮਾਨਸਿਕਤਾ ਹੀ ਹੋਵੇ ਵੀ ਉਹਨੇ ਅੱਗੇ ਆਉਣਾ ਵਾ, ਤੇ ਜੇ ਉਹ ਅੱਗੇ ਆਉਂਦਾ ਵੀ ਆ, ਮੰਨ ਲਓ ਕਿ ਉਹ ਕੁਝ ਨਹੀਂ ਕਰਦਾ, ਮੈਂ ਚਲੋ ਤੁਹਾਨੂੰ ਇੰਨੀ ਗੱਲ ਕਹਿ ਦਿੰਦਾ ਵੀ ਦੀਪ ਕੁਝ ਵੀ ਨਾ ਕਰੇ, ਪਰ ਮੈਂ ਤੁਹਾਨੂੰ ਇੰਨੀ ਗੱਲ ਪੁੱਛਣੀ ਚਾਹੁੰਦਾ ਕਿ ਪਹਿਲੇ ਲੀਡਰਾਂ ਨੇ ਕੀ ਕੀਤਾ ਵਾ। ਤੁਹਾਡੇ ਨਾਲ ਕਿਤੇ ਪਹਿਲੀ ਵਾਰੀ ਹੋਣੀ ਆ। ਪਰ ਜੇ ਤੁਸੀਂ ਇਹੀ ਸੋਚ ਕੇ ਦੀਪ ਨੂੰ ਅੱਗੇ ਆਉਣ ਤੋਂ ਰੋਕਣਾ ਚਾਹੁੰਦੇ ਹੋ, ਤੇ ਫਿਰ ਅੱਗੇ ਕਿਹਨੂੰ ਲਿਆਓਗੇ? ਪੁਰਾਣਿਆਂ ਨੂੰ। ਮੈਂ ਤੁਹਾਡੀ ਇੱਕ ਗੱਲ ਨਾਲ ਸਹਿਮਤ ਵਾਂ, ਇੱਕ ਗੱਲ ਨਾਲ ਮੈਂ ਸਹਿਮਤ ਆ ਤੁਹਾਡੀ ਨਾਲ, ਮੈਂ ਹੋ ਜਾਣਾ ਸਹਿਮਤ ਵੀ ਦੀਪ ਗਲਤ ਆ, ਦੀਪ RRS ਦਾ ਬੰਦਾ, ਦੀਪ ਆਪਣੀ ਸਿਆਸਤ ਚਮਕਾਉਣੀ ਚਾਹੁੰਦਾ, ਦੀਪ ਸਿਆਸਤ ਦੇ ਵਿੱਚ ਆਉਣਾ ਚਾਹੁੰਦਾ, ਦੀਪ ਅਗਲਾ ਆਉਣ ਵਾਲਾ ਭਾਜਪਾ ਦਾ ਚਿਹਰਾ ਹੋ ਸਕਦਾ। ਮੈਂ ਤੁਹਾਡੀ ਹਰੇਕ ਗੱਲ ਮੰਨ ਲੈਣਾ। ਬਟ ਜੇ ਫਿਰ ਇਹ ਗੱਲਾਂ ਵੇਖ ਕੇ ਤੇ ਦੀਪ ਨੂੰ ਨਕਾਰ ਦਿੰਦੇ ਆ, ਚਲੋ ਮੈਂ ਵੀ ਨਕਾਰ ਦੂੰ ਤੁਹਾਡੇ ਆਖੇ ਲੱਗ ਕੇ, ਮੈਂ ਨਕਾਰ ਦਿੰਦਾ ਦੀਪ ਨੂੰ ਤੁਹਾਡੇ ਆਖੇ ਲੱਗ ਕੇ। ਮੈਨੂੰ ਇੰਨੀ ਗੱਲ ਦੱਸ ਦਿਓ ਵੀ ਦੀਪ ਦੀ ਜਗ੍ਹਾ ਦੇ ਉੱਤੇ ਬਦਲ ਕੀ ਹੋਊਗਾ, ਬਾਕੀ ਜਿਹੜੇ ਪੁਰਾਣੇ ਲੀਡਰ ਆ ਉਹਨਾਂ ਦਾ ਬਦਲ ਕੀ ਆ, ਜਾਂ ਪੁਰਾਣੇ ਲੀਡਰਾਂ ਦਾ ਹੀ, ਪੁਰਾਣੇ ਲੀਡਰਾਂ ਨੂੰ ਫਿਰ ਅੱਗੇ ਲਿਆਉਣਾ। ਤੇ ਜੇ ਪੁਰਾਣੇ ਲੀਡਰਾਂ ਨੂੰ ਅੱਗੇ ਲਿਆਉਣਾ ਵਾ ਤੇ ਫਿਰ ਉਹਨਾਂ ਦੀ ਦੇਣ ਦੱਸੋ ਕੌਮ ਨੂੰ, ਉਹਨਾਂ ਦੀ ਦੇਣ ਦੱਸੋ ਸਮਾਜ ਨੂੰ, ਉਹਨਾਂ ਦੀ ਦੇਣ ਦੱਸੋ ਪੰਜਾਬੀਅਤ ਨੂੰ, ਪੰਜਾਬ ਨੂੰ। ਜਵਾਬ ਸਾਰਥਕ ਦਿਓ। ਕੋਈ ਧੱਕਾ ਨਹੀਂ ਤੁਹਾਡੇ ਨਾਲ ਦੀਪ ਦੀ ਸਪੋਰਟ ਕਰਨ ਦਾ। ਦੀਪ ਦੀ ਸਪੋਰਟ ਕਰਨ ਦੇ ਆ, ਜਿੰਨਾ ਚਿਰ ਉਹ ਸਹੀ ਚੱਲੂਗਾ ਉਹਨਾਂ ਚਿਰ ਸਪੋਰਟ ਕਰਾਂਗੇ। ਜਿੱਦਣ ਲੱਗੂਗਾ ਕਿ ਦੀਪ ਸਿੱਧੂ ਗਲਤ ਵਾ ਤਾਂ ਇਦਾਂ ਹੀ ਲਾਈਵ ਦੇ ਵਿੱਚ ਹੀ ਦੀਪ ਸਿੱਧੂ ਦੀ ਜਿਹੜੀ ਗੱਲਬਾਤ ਆ ਉਹਦੇ ਬਾਰੇ ਪੂਰੀ ਤਰੀਕੇ ਨਾਲ ਹੋਊਗੀ। ਕਿਸੇ ਕੋ ਲੈਣਾ ਨਹੀਂ, ਕਿਸੇ ਨੂੰ ਦੇਣਾ ਨਹੀਂ। ਤੁਸੀਂ ਆਪਣਾ ਖਾਣਾ, ਮੈਂ ਆਪਣਾ ਖਾਣਾ। ਜੇ ਦੀਪ ਕੱਲ ਨੂੰ ਗਲਤ ਹੋਊਗਾ ਤਾਂ ਮੈਂ ਗੱਲ ਕਰੂੰਗਾ। ਬਟ ਮੈਨੂੰ ਇੱਕ ਬਦਲ ਦੱਸ ਦਿਓ ਵੀ ਪੁਰਾਣੇ ਲੀਡਰਾਂ ਦਾ ਬਦਲ ਕੀ ਹੈ ਸਾਡੇ ਕੋਲੋਂ, ਕਿਹੜਾ ਬਦਲ ਵਾ? ਠੀਕ ਆ ਨਾ, ਕਿਹੜਾ ਬਦਲ ਆ? ਤੇ ਜੇ ਬਦਲ ਲੱਭਣਾ ਵਾ ਤੇ ਕੁਝ ਬੰਦਿਆਂ ਨੂੰ ਮੌਕਾ ਤੇ ਦੇਣਾ ਪਊਗਾ, ਠੀਕ ਆ ਨਾ। ਤੇ ਗੱਲਬਾਤ ਜਿਹੜੀ ਤੁਸੀਂ ਕਰਦੇ ਹੋ ਨਾ, ਤੁਸੀਂ ਕਰਦੇ ਹੋ ਇੱਕ ਗੱਲਬਾਤ ਇੱਕ ਧਿਰ ਨੂੰ ਲੈ ਕੇ। ਮੈਂ ਕਿਸੇ ਧਿਰ ਨੂੰ ਲੈ ਕੇ ਗੱਲ ਨਹੀਂ ਕਰਦਾ, ਨਾ ਮੈਂ ਅਕਾਲੀਆਂ ਦੀ ਗੱਲ ਕਰਦਾ,
ਨਾ ਮੈਂ ਕਾਂਗਰਸੀਆਂ ਦੀ ਗੱਲ ਕਰਦਾ, ਨਾ ਮੈਂ ਆਪ ਵਾਲਿਆਂ ਦੀ ਗੱਲ ਕਰਦਾ, ਨਾ ਮੈਂ ਕਿਸੇ ਹੋਰ ਪ੍ਰਜਾਤੀ ਦੀ ਗੱਲ ਕਰਦਾ, ਕਾਮਰੇਡ ਪ੍ਰਜਾਤੀ ਦੀ ਗੱਲ ਕਰਦਾ ਕਿਸੇ ਦੀ। ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਬੰਦਾ ਇਮਾਨਦਾਰ ਆ ਉਹਨੂੰ ਅੱਗੇ ਲੈ ਆਓ, ਕਿਉਂਕਿ ਲਿਆਉਣਾ ਤੁਹਾਨੂੰ ਪੈਣਾ। ਇੱਕ ਵਾਰੀ ਲੈ ਆਓਗੇ, ਜੇ ਇੱਕ ਵਾਰੀ ਤੁਸੀਂ ਲੈ ਆਓਗੇ ਤੇ ਪਹਿਲਾਂ ਵੀ ਤੇ 17 ਸਾਲਾਂ ਤੋਂ ਚੈੱਕ ਕਰ ਨਹੀਂ ਰਹੇ ਹੋ। ਜੇ ਹੁਣ ਇੱਕ ਆ ਜਾਊਗਾ ਤੇ ਕਿਹੜੀ ਕੀ ਫਰਕ ਪੈ ਚੱਲਿਆ। ਮੈਂ ਅੱਗੇ ਵੀ ਇੰਨੀ ਕੁ ਗੱਲ ਕਹੀ ਸੀ ਕਿ ਪਹਿਲੇ ਫੱਟ ਦੀ ਦਰਦ ਜ਼ਿਆਦਾ ਹੁੰਦੀ ਹੈ, ਪਹਿਲੇ ਫੱਟ ਦੀ ਦਰਦ ਜ਼ਿਆਦਾ ਹੁੰਦੀ। ਜੋ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਪਹਿਲੀ ਵਾਰੀ ਸੱਟ ਲੱਗੂਗੀ ਨਾ ਤੁਹਾਡੇ, ਤੇ ਉਦੋਂ ਤੁਹਾਨੂੰ ਜ਼ਿਆਦਾ ਦਰਦ ਹੋਊਗੀ। ਜਦੋਂ ਦੂਜੀ ਵਾਰੀ ਸੱਟ ਲੱਗੂਗੀ ਨਾ ਤੇ ਤੁਸੀਂ ਥੋੜੇ ਜੇ ਉਹਨੂੰ ਮਤਲਬ ਦਰਦ ਸਹਿਣ ਲਈ ਤੁਸੀਂ ਥੋੜੇ ਜਿਹੇ ਤਿਆਰ ਹੋ ਜਾਗੇ। ਬਟ ਜਦੋਂ ਤੁਹਾਨੂੰ ਵਾਰ-ਵਾਰ ਸੱਟ ਲੱਗਦੀ ਆ ਨਾ, ਤੇ ਆਪਣਾ ਸਰੀਰ, ਆਪਣੀ ਆਤਮਾ, ਆਪਣਾ ਜਿਹੜਾ ਹੁੰਦਾ ਨਾ ਇੱਕ ਸਟਰਕਚਰ ਹੁੰਦਾ ਬੋਡੀ ਦਾ, ਉਹ ਉਹਨਾਂ ਸੱਟਾਂ ਨੂੰ ਜਿਹੜਾ ਐਬਜ਼ੌਰਬ ਕਰਨ ਲੱਗ ਪੈਂਦਾ। ਕਦੀ ਨਾ ਗਰਮੀ ਦੇ ਵਿੱਚ ਨਾ ਲੋਹਾ ਪਿਆ ਹੁੰਦਾ ਬਾਹਰ, ਉਹਨੂੰ ਹੱਥ ਦੇ ਵਿੱਚ ਫੜਿਓ। ਪਹਿਲੇ ਦਿਨ ਤੁਹਾਡੇ ਕੋਲ ਫੜਿਆ ਨਹੀਂ ਜਾਣਾ, ਦੂਜੇ ਦਿਨ ਫੜਿਓ ਉਹ ਥੋੜਾ ਟਾਈਮ ਕੱਢ ਜੂ, ਤੀਜਾ ਦਿਨ ਫੜਿਓ ਥੋੜਾ ਹੋਰ ਟਾਈਮ ਕੱਢ ਜੂ। ਉਹ ਹਫ਼ਤੇ 8-9 ਦਿਨ ਦੇ ਵਿੱਚ ਉਹ ਸੜਦਾ ਲੋਹਾ ਜਿਹੜਾ ਗਰਮੀ ਦੇ ਵਿੱਚ ਪਿਆ ਪਹਿਲੇ ਦਿਨ, ਜਿਹਨੂੰ ਹੱਥ ਨਹੀਂ ਨਾ ਲੱਗਦਾ, ਉਹਨੂੰ ਤੁਸੀਂ ਇੰਨੇ ਕੁ ਤੁਹਾਡਾ ਹੱਥ ਜਿਹੜਾ ਵਾ ਉਹ ਹੀਟ ਨੂੰ ਐਬਜ਼ੌਰਬ ਕਰਨ ਲੱਗ ਪਊਗਾ ਕਿ ਤੁਸੀਂ ਉਹਨੂੰ ਕੋਈ 5-4 ਮਿੰਟ ਆਪਣੇ ਹੱਥ ਦੇ ਵਿੱਚ ਰੱਖ ਸਕਦੇ ਹੋ। ਤੇ ਹੁਣ ਤੁਹਾਡੀ ਅੰਤਰਾਤਮਾ, ਤੁਹਾਡਾ ਸਰੀਰ, ਤੁਹਾਡੀ ਸੋਚ, ਤੁਹਾਡੇ ਹਾਲਾਤ ਜਿਹੜੇ ਆ ਉਹ ਇੰਨੀਆਂ ਕਿ ਸੱਟਾਂ ਖਾਣ ਨੂੰ ਤੇ ਤਿਆਰ ਹੋਏ ਹੀ ਆ ਵੀ ਜੇ ਕੱਲ ਨੂੰ ਦੀਪ ਸਿੰਘ ਬਦਲ ਜਾਂਦਾ ਵਾ ਤੇ ਜਿੱਥੇ ਇੰਨੀ ਜ਼ਿਆਦੀ ਪਿੱਛੇ ਇੰਨੇ ਲੀਡਰਾਂ ਦੇ ਕੋਲੋਂ ਥਪਾੜੇ ਖਾਦੇ ਆ, ਤੇ ਹੁਣ ਇੱਕ ਦਾ ਹੋਰ ਵੱਜਣ ਤੋਂ ਕਿਉਂ ਇੰਨਾ ਡਰਨ ਡਏ ਹੋ ਯਾਰ? ਤੁਸੀਂ ਅਜੇ ਅਬਜ਼ੌਰਵ ਹੀ ਨਹੀਂ ਕਰ ਸਕੇ ਆਪਣੇ ਆਪ ਨੂੰ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ, ਜੇ ਇੱਕ ਬੰਦਾ ਹੋਰ ਬਦਲ ਜਾਂਦਾ ਤੇ ਹੁਣ ਸਾਨੂੰ ਇੰਨਾ ਫਰਕ ਪੈਣਾ ਚਾਹੀਦਾ। 6 ਮਹੀਨੇ ਬਰਗਾੜੀ ਖਰਾਬ ਕੀਤੇ ਆਪਾਂ। 10 ਲੱਖ ਬੰਦਾ ਆਪਾਂ ਇਕੱਠਾ ਕੀਤਾ 2015 ਦੇ ਵਿੱਚ। 5 ਲੱਖ ਬੰਦਾ ਆਪਾਂ 2016 ਦੇ ਵਿੱਚ ਇਕੱਠਾ ਕੀਤਾ। ਉਹਦਾ ਫਾਇਦਾ ਕੀ ਹੋਇਆ ਸਾਨੂੰ? ਭਾਰ ਵਧਿਆ ਸਾਡੇ ਸਿਰ ਦੇ ਉੱਤੇ, ਘਟਿਆ ਤਾਂ ਨਹੀਂ ਨਾ। ਇੱਕ ਗੱਲ ਮੈਂ ਤੁਹਾਨੂੰ ਇੰਨੀ ਕੁ ਕਹਿਣੀ ਚਾਹੁੰਦਾ ਵਾਂ ਕਿ ਸਾਡੇ ਕੋਲੋਂ ਕੋਈ ਆਪਸ਼ਨ ਹੀ ਹੈ ਨਹੀਂ, ਸਾਡੇ ਕੋਲੋਂ ਨਹੀਂ ਕੋਈ ਆਪਸ਼ਨ ਹੈਗੀ। ਮੈਂ ਇਕੱਲੇ ਦੀਪ ਸਿੱਧੂ ਦਾ ਨਹੀਂ ਆਂਦਾ ਯਾਰ, ਮੈਂ ਦੀਪ ਸਿੱਧੂ ਨਾਲ ਕੋਈ ਪਟਾ ਥੋੜਾ ਲਿਖਾਇਆ ਦੀਪ ਸਿੱਧੂ ਕੋ। ਅਸੀਂ ਸਿਰਫ ਦੀਪ ਸਿੱਧੂ ਦੀ ਗੱਲ ਨਹੀਂ ਮੈਂ ਕਹਿੰਦਾ, ਦੀਪ ਸਿੱਧੂ ਦੀ ਮੈਂ ਗੱਲ ਕਹਿੰਦਾ ਵਾਂ ਵੀ ਦੀਪ ਸਿੱਧੂ ਦੇ ਨਾਲ ਤੁਸੀਂ ਲੱਖਾ ਸਿਧਾਣਾ ਹੈਗਾ ਵਾ। ਡਾਕਟਰ ਗਾਂਧੀ ਤੁਹਾਡੇ ਗੱਲਬਾਤ ਕਰਦਾ ਵਾ, ਤੁਹਾਡੀ ਖੇਤੀ ਬਦਲਣ ਦੀ ਗੱਲ ਕਰਨ ਡਿਆ ਵਾ, ਡਾਕਟਰ ਗਾਂਧੀ ਨੂੰ ਲੈ ਆਓ। ਹੋਰ ਜੇ ਕੋਈ ਬੰਦਾ ਚੰਗਾ ਲੱਗਦਾ ਉਹਨੂੰ ਲਿਆਓ ਸਾਹਮਣੇ ਯਾਰ। ਤੁਸੀਂ ਆਪਾਂ ਇੱਕ ਬੰਦੇ ਦਾ ਵਿਰੋਧ ਸਾਰੇ ਕਰਨ ਡਏ ਆ, ਮੇਰੇ ਸੱਜਣ ਵੀ ਕਰਦੇ, ਬਟ ਮੈਂ ਕਦੀ ਕਿਸੇ ਬੰਦੇ ਦੀ ਸੋਚ ਤੇ ਕਬਜ਼ਾ ਨਹੀਂ ਕੀਤਾ। ਮੈਂ ਆਪਣੀ ਗੱਲ ਰੱਖਣੀ ਆ, ਉਹਨਾਂ ਨੇ ਆਪਣੀ ਗੱਲ ਰੱਖਣੀ ਆ। ਬਟ ਜੇ ਗੱਲ ਰੱਖਣ ਦੇ ਵਿੱਚ ਜੇ ਅਸੀਂ ਦੋਵੇਂ ਜਣੇ ਆਪਣੇ ਦਿਲ ਦੇ ਵਿੱਚ ਕੋਈ ਵਲਵਲਾ ਉਠਾ ਲਈਏ ਇੱਕ ਦੂਜੇ ਦੇ ਵਿਰੋਧ ਦੇ ਵਿੱਚ, ਤਾਂ ਉਹ ਮੈਂ ਚੰਗੀ ਗੱਲ ਨਹੀਂ ਸਮਝਦਾ। ਹਾਂਜੀ ਚਾਚੂ, ਮੈਂ ਉਹੀ ਗੱਲ ਮੈਂ ਕਰਨੀ ਚਾਹੁੰਦਾ ਵਾਂ। ਵੇਖੋ ਕੁਝ ਥਾਵਾਂ ਦੇ ਉੱਤੇ ਮੇਰਾ ਵਾ ਆਪਣੇ ਕੌਰ ਸਿੰਘ ਬਰਾੜ, ਮੇਰੇ ਸਤਿਕਾਰਯੋਗ ਚਾਚਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਦਿਲੋਂ ਇਹਨਾਂ ਦੀ ਰਿਸਪੈਕਟ ਕਰਦਾ ਵਾਂ। ਕਈਆਂ ਮਸਲਿਆਂ ਦੇ ਉੱਤੇ ਸਾਡੀ ਸੋਚ ਨਹੀਂ ਰਲਦੀ, ਪਰ ਇਹਦਾ ਮਤਲਬ ਇਹ ਥੋੜਾ ਵੀ ਮੈਂ ਇਹਨਾਂ ਦੇ ਉਲਟ ਵਾਂ ਜਾਂ ਮੈਂ ਆਪਣੀ ਨਿੱਜੀ ਜਿਹੜੇ ਵਿਚਾਰ ਇਹਨਾਂ ਬਾਰੇ ਬਦਲ ਲੈਣੇ ਆ। ਕੌਮ ਦਾ ਦਰਦ ਵਾ, ਸਮਾਜ ਦਾ ਦਰਦ ਵਾ, ਆਪਣੀ ਪੰਜਾਬੀਅਤ ਦਾ ਦਰਦ ਵਾ, ਉਹ ਇਹਨਾਂ ਦੀ ਗੱਲ ਚੋਂ ਹੀ ਝਲਕਦਾ ਵਾ। ਤੇ ਸਾਡੇ ਕੋਲ ਜਿੰਨਾ ਕੁ ਕਰ ਸਕਦੇ, ਜਿੰਨਾ ਕੁ ਅਸੀਂ ਬੋਲ ਸਕਦੇ, ਉਨਾ ਕੁ ਬੋਲਦੇ ਆ। ਠੀਕ ਆ ਜੀ। ਤੇ ਗੱਲਬਾਤ ਇਹ ਆ ਵੀ ਬਦਲ ਹੈ ਨਹੀਂ ਗੇ, ਤੇ ਜੇ ਬਦਲ ਹੈ ਨਹੀਂ ਗੇ ਤੇ ਲੀਰਾਂ ਕਿੰਨਾ ਚਿਰ ਗਲ ਪਾਈ ਫਿਰਾਂਗੇ? ਲੀਰਾਂ ਗਲ ਪਾਉਣ ਨਾਲੋਂ ਫਿਰ ਜੇ ਕੁਝ ਲੀਰਾਂ ਨਾਲੋਂ ਚੰਗਾ ਮਿਲਦਾ ਤਾਂ ਉਹੀ ਪਾਉਣਾ ਪਊਗਾ। ਲੀਰਾਂ ਹੀ ਤਾਂ ਲਪੇਟੀ ਰੱਖ ਨਹੀਂ ਸਕਦੇ ਦੁਆਲੇ ਦੁਆਲੇ। ਜੇ ਮੁਹੰਮਦ ਸਦੀਕ ਨੂੰ ਲਾ ਲਈਏ, ਜੇ ਆਪਾਂ ਹੰਸਰਾਜ ਹੰਸ ਨੂੰ ਲਾ ਲਈਏ,
ਜੇ ਆਪਾਂ ਕੁਝ ਹੋਰ ਲੀਡਰ ਲਾ ਲਈਏ ਤੇ ਇਹ ਲੀਰਾਂ ਤੋਂ ਵੱਧ ਕੁੱਖ ਨਹੀਂ ਹੈਗੇ, ਮੇਰੀ ਨਜ਼ਰ ਦੇ ਵਿੱਚ ਤੇ ਲੀਰਾਂ ਤੋਂ ਵੱਧ ਕੁੱਖ ਨਹੀਂ ਹੈਗੇ। ਤੇ ਇਹ ਲੀਰਾਂ ਲਪੇਟੀ ਫਿਰਨ ਦੇ ਨਾਲੋਂ ਜੇ ਕੋਈ ਥੋੜਾ ਜਿਹਾ ਬੈਟਰ ਵਾ, ਜੇ ਕੋਈ ਪੂਰਾ ਵਾ, ਭਾਵੇਂ ਖੱਦਰ ਹੀ ਆ, ਲੀਰਾਂ ਨਾਲ ਤੇ ਸਹੀ ਰਹੂਗਾ ਨਾ। ਥੋੜਾ ਜਿਹਾ ਬਚਾ ਕਰੂਗਾ ਹੀ ਸਰੀਰ ਨੂੰ, ਕਿਤੇ ਗਰਮੀ ਤੋਂ ਸਰਦੀ ਤੋਂ ਮਾੜਾ ਮੋਟਾ ਤੇ ਬਚਾਊਗਾ ਨਾ। ਤੇ ਯਾਰ ਸੋਚੋ ਥੋੜਾ ਜਿਹਾ, ਆਪਾਂ ਗੱਲ ਇੱਥੇ ਇਹ ਨਾ ਕਰੀਏ ਵੀ ਉਹ ਆਰਐਸਐਸ ਦਾ ਬੰਦਾ ਹੀ ਜਾਂ ਉਹ ਸਨੀ ਦਿਓਲ ਨੂੰ। ਵੇਖੋ ਉਹਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇੰਨੀ ਕੁ ਗੱਲ ਕਹੀ ਹੈ ਕਿ ਹਾਂ ਮੈਂ ਉਹਨਾਂ ਵਾਸਤੇ ਵਰਕ ਕੀਤਾ ਵਾ, ਕੋਈ ਗੱਲ ਲੁਕਾਈ ਨਹੀਂ ਗੀ। ਜੇ ਮੈਂ ਵੇਖਾਂ ਤੇ ਹੁਣ ਜੇ ਮੈਂ ਪਹਿਲੇ ਬੰਦਿਆਂ ਵਾਸਤੇ ਕੰਮ ਕੀਤਾ ਹੋਵੇ ਤੇ ਅੱਜ ਉਹ ਬੰਦੇ ਮਾੜੇ ਨਿਕਲ ਆਉਣ ਜਾਂ ਮੇਰੇ ਸੱਜਣ ਕੁਝ ਮਾੜੇ ਨਿਕਲ ਆਏ ਪੁਰਾਣੇ, ਤੇ ਹੁਣ ਉਹਦੇ ਵਿੱਚ ਮਤਲਬ ਵੀ ਉਸੇ ਗੱਲ ਨੂੰ ਲੈ ਕੇ ਮੈਂ ਰੋ ਨਹੀਂ ਸਕਦਾ ਸਾਰੀ ਉਮਰ ਹੀ। ਸਾਰੀ ਉਮਰ ਉਸੇ ਗੱਲ ਨੂੰ ਲੈ ਕੇ ਰੋ ਨਹੀਂ ਸਕਦੇ ਆਪਾਂ, ਠੀਕ ਹੈ ਨਾ। ਦੂਜੀ ਗੱਲ, ਹੁਣ ਆ ਜਾ ਵੀਰ ਮਨਦੀਪ ਸਿੰਘ, ਤੇਰੀ ਗੱਲਬਾਤ ਕਰ ਲੈਂਦੇ, ਸਿੰਗਰਾਂ ਦੀ ਗੱਲਬਾਤ ਕਰ ਲੈਂਦੇ ਜਾਂ ਬਾਕੀਆਂ ਦੀ ਕਰ ਲੈਂਦੇ ਆ। ਤਾਂ ਬਾਈ ਜੀ, ਸਿੰਗਰਾਂ ਨੇ ਪਾਸਾ ਕਿੱਥੋਂ ਵੱਟ ਲਿਆ? ਸਿੰਗਰਾਂ ਨੇ ਪਾਸਾ ਵੱਟ ਲਿਆ ਸਿਰਫ ਇੱਕ ਖਾਲਿਸਤਾਨ ਦੇ ਨਾਅਰੇ ਤੋਂ। ਖਾਲਿਸਤਾਨ ਦੇ ਨਾਅਰੇ ਦੀ ਤਾਂ ਉਹਨਾਂ ਨੇ ਗੱਲ ਕਰਤੀ ਵੀ ਸ਼ਰਾਰਤੀ ਅੰਸਰ ਆ। ਵੀਰੇ, ਜੇ ਕੋਈ ਬੰਦਾ ਮਰਦਾ ਰੋਟੀ ਟੁੱਕ ਮੰਗੂਗਾ ਨਾ, ਜਾਂ ਰੋਟੀ ਚੁੱਕ ਲੂਗਾ ਭੁੱਖਾ ਮਰਦਾ, ਤੇ ਉਹਨੂੰ ਆਪਾਂ ਚੋਰ ਨਹੀਂ ਕਹਿ ਸਕਦੇ, ਠੀਕ ਹੈ ਨਾ ਜੀ। ਦੂਜੀ ਗੱਲ, ਮੈਂ ਤੁਹਾਨੂੰ ਇੰਨੀ ਗੱਲ ਦੱਸਦਾ, ਤੁਹਾਨੂੰ 20 ਦਿਨ ਭੁੱਖਾ ਰੱਖ ਕੇ ਇੱਕ ਤਾਰ ਦੇ ਅਗਲੇ ਬੰਨੇ, ਇੱਕ ਕੰਡਿਆਲੀ ਤਾਰ ਲਾ ਕੇ ਅਗਲੇ ਬੰਨੇ ਰਾਸ਼ਨ ਰੱਖ ਦਈਏ, ਰੋਟੀ ਰੱਖ ਦਈਏ, ਤੇ ਤੁਹਾਨੂੰ ਉਰਲੇ ਬੰਨੇ ਕਹੀਏ ਵੀ ਬਾਈ ਆਹ ਰੋਟੀ ਪਈ ਆ, ਇਹ ਸਾਨੂੰ ਨਹੀਂ ਪਤਾ ਤੂੰ ਕੀ ਕਰਨਾ, ਤਾਂ ਜਾਂ ਤੇ ਤੁਹਾਨੂੰ ਉਹ ਤਾਰ ਕੱਟਣੀ ਪਊਗੀ, ਤੇ ਜਾਂ ਤੁਹਾਨੂੰ ਉਹ ਤਾਰ ਚੱਕਣੀ ਪਊਗੀ, ਜਾਂ ਉਹਨੂੰ ਟੱਪਣਾ ਪਊਗਾ, ਜੇ ਤੁਸੀਂ ਆਪਣੀ ਭੁੱਖ ਮਿਟਾਉਣੀ ਆ। ਤੇ ਕੰਮ ਤੇ ਤੁਹਾਨੂੰ ਕਰਨਾ ਪੈਣਾ। ਜੇ ਭੁੱਖ ਮਿਟਾਉਣੀ ਆ, ਉਹ ਰੋਟੀ ਚੱਕਣੀ ਆ, ਤੇ ਜਾਂ ਤਾਰ ਕੱਟ ਕੇ ਜਾਣਾ ਪਊਗਾ, ਜਾਂ ਤਾਰ ਟੱਪ ਕੇ ਜਾਣਾ ਪਊਗਾ, ਜਾਂ ਹੱਥ ਪੜਵਾ ਕੇ ਜਾਣਾ ਪਊਗਾ, ਜਾਂ ਲੀੜੇ ਪੜਵਾ ਕੇ ਜਾਣਾ ਪਊਗਾ। ਜਾਣਾ ਪੈਣਾ ਜੇ ਜੀਂਦੇ ਰਹਿਣਾ। ਤੇ ਗੱਲ ਬਸ ਇਹੋ ਹੀ ਆ ਵੀ ਜੇ ਤੁਸੀਂ ਆਪਣੇ ਹੱਕ ਲੈਣੇ ਆ ਤੇ ਬਦਲ ਤੁਹਾਨੂੰ ਕੋਈ ਨਾ ਕੋਈ ਲੱਭਣਾ ਪੈਣਾ। ਜਾਂ ਫਿਰ ਬਦਲ ਲੱਭ ਲਓ, ਤੇ ਜਾਂ ਫਿਰ ਇੱਕ ਵਾਰੀ ਹੋਰ ਕਰ ਲਓ ਯਕੀਨ। ਇਹ ਤੋਂ ਵੱਧ ਤੁਹਾਡੇ ਕੋਲੋਂ ਆਪਸ਼ਨ ਹੈਗੀ ਕੋਈ ਤੇ ਉਹ ਮੈਨੂੰ ਸੁਜੈਸ਼ਨ ਕਰ ਦਿਓ ਵੀ ਹਾਂ ਵੀ ਬਾਈ ਆਹ ਆਪਸ਼ਨ ਇਦਾਂ ਗੱਲਬਾਤ ਬਣ ਸਕਦੀ ਹੈ। ਤੇ ਜੇ ਤੁਹਾਨੂੰ ਫਿਰ ਸਿਰਫ ਰੌਲਾ ਪਾਉਣ ਤੱਕ ਹੀ ਗੱਲ ਸੀਮਤ ਵਾ, ਤਾਂ ਰੌਲਾ ਪੈਣ ਡਿਆ ਵਾ, ਰੌਲਾ ਪਾਈ ਜਾਂਦੇ, ਅਸੀਂ ਬਾਹਰ ਬੈਠੇ ਪਾਈ ਜਾਂਦੇ, ਤੁਸੀਂ ਪੰਜਾਬ ਬੈਠੇ ਪਾਈ ਜਾਓ, ਤੇ ਅਗਲੀ ਯਾਰ ਨੂੰ ਜੇ ਅਗਲੀ ਯਾਰ ਨੂੰ ਫਿਰ ਮੈਂ ਮਸਦੀਕ ਨੂੰ ਲੈ ਆਓ, ਉਹ ਸੁੱਤਾ ਰਹੂਗਾ ਉੱਥੇ, ਤੇ ਹੰਸਰਾਜ ਨੂੰ ਲੈ ਆਓ, ਉਹ ਤੇ ਫੱਕਰ ਬੰਦਾ ਵਾ, ਤੇ ਫੱਕਰ ਬੰਦਾ ਲੈਣ ਸੁਣਛਣਾ ਆਇਆ ਵਾ ਸਿਆਸਤ ਦੇ ਵਿੱਚੋਂ। ਜੇ ਫੱਕਰ ਬੰਦਾ ਵਾ, ਮਾਲਾ ਫੜ ਯਾਰ ਕਿਤੇ, ਰੱਬ ਰੱਬ ਕਰ, ਅਲੀ ਅਲੀ ਕਰ ਕਿਤੇ। ਹਾਂਜੀ ਚਾਚੂ, ਮੈਂ ਇਸ ਬਾਰੇ ਗੱਲਬਾਤ ਕਰਾਂਗਾ, ਸਾਰੀ ਗੱਲਬਾਤ ਕਰਾਂਗੇ ਆਪਾਂ, ਉਹਦੇ ਨਾਲ ਵੀ ਗੱਲਬਾਤ ਕਰ ਲਾਂਗੇ। ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਮੈਂ ਨਾਲ ਦੀਪ ਸਿੱਧੂ ਨੂੰ ਨਾਲ ਲੈ ਕੇ ਤੁਹਾਡੇ ਨਾਲ ਗੱਲ ਕਰਾਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਸੇ ਦਿਨ ਦੀਪ ਨੂੰ ਇੰਨੀ ਕੁ ਵੱਲੋਂ ਬੇਨਤੀ ਵੀ ਕਰ ਲੂੰਗਾ, ਜਿਹੜਾ ਸਵਾਲ ਤੁਸੀਂ ਕਰਨਾ ਹੋਊਗਾ ਮੈਂ ਤੁਹਾਡੀ ਵੱਲੋਂ ਦੀਪ ਨੂੰ ਸਵਾਲ ਕਰ ਲੂੰਗਾ, ਠੀਕ ਹੈ ਜੀ। ਮੈਂ ਦੀਪ ਨੂੰ ਸਵਾਲ ਕਰ ਲੂੰਗਾ ਤੁਹਾਡੀ ਵੱਲੋਂ, ਤੁਸੀਂ ਆਪਣੇ ਸਵਾਲ ਰੱਖੀ ਜਾਇਓ। ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਕਿਸੇ ਦਿਨ ਲਾਈਵ ਦੇ ਉੱਤੇ ਲੈ ਕੇ ਆਉਣ ਦੀ। ਮੇਰੇ ਨਾਲ ਗੱਲਬਾਤ ਤੇ ਉਹਦੀ ਹੁੰਦੀ ਆ, ਹੋਈ ਵੀ ਆ 5-7 ਵਾਰੀ। ਹੁਣ ਵੀ ਜੋ ਮੈਸੇਜ ਕਰੀਏ ਕਰ ਦਿੰਦਾ ਫੋਨ, ਮੁੰਡਾ ਚੰਗਾ। ਹੰਕਾਰ ਹੈ ਨਹੀਂ, ਸਭ ਤੋਂ ਵੱਡੀ ਗੱਲ ਹੰਕਾਰ ਹੈ ਨਹੀਂ। ਹੁਣ ਮੈਂ ਇੱਥੇ ਇੰਨੀ ਕੁ ਗੱਲ ਅੱਗੇ ਆਉਣਾ ਚਾਹੁੰਦਾ, ਸ਼ੰਭੂ ਬਾਰਡਰ ਵਾਲੇ ਧਰਨੇ ਦੇ ਉੱਤੇ ਜਿਹੜੇ ਕੁਝ ਮੈਂ ਇੱਕ ਪੋਸਟ ਪਾਈ ਸੀ, ਉੱਤੋਂ ਕੁਝ ਵੀਰਾਂ ਮੇਰਿਆਂ ਨੇ ਇਤਰਾਜ਼ ਕੀਤਾ। ਮੈਂ ਇੰਨੀ ਕੁ ਗੱਲ ਦੱਸਣੀ ਚਾਹੁੰਦਾ ਕਿ ਇਹ ਧਰਨਾ ਇੱਕ ਬਿਨਾਂ ਹੁੱਲੜਬਾਜੀ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਵਾ ਉਹਨੂੰ ਅੱਗੇ ਵਧਾਇਆ ਜਾਵੇ। ਸਾਡੇ ਨਾਲ ਕਿਤੇ ਫਿਰ ਉਹੀ ਕੰਮ ਨਾ ਹੋਵੇ ਬਰਗਾੜੀ ਵਾਲਾ ਕਿ ਅਸੀਂ ਸੜਕ ਦੇ ਉੱਤੇ ਬੈਠੇ, ਰਾਹ ਰੋਕ ਕੇ ਬੈਠੇ ਹੋਈਏ ਤੇ ਸਾਰਾ ਕੁਝ ਸਰਕਾਰਾਂ ਦੇ ਹੱਥ ਵੱਸ ਗਿਆ। ਉੱਥੇ ਜੇ ਕਿਸੇ ਪੁਲਿਸ ਵਾਲੇ ਨੇ ਕਿਸੇ ਲੀਡਰ ਦੇ ਕਹਿਣ ਤੇ ਗੋਲੀ ਚਲਾਤੀ ਜਾਂ ਕੋਈ ਇਦਾਂ ਦਾ ਕੰਮ ਹੋ ਗਿਆ, ਇਹ ਨਾ ਸੋਚੋ ਵੀ ਮੈਂ ਡਰਾਉਣ ਡਿਆ ਜਾਂ ਮੈਂ ਕਹਿਣ ਡਿਆ। ਮੈਂ ਸਿਰਫ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵੀਰ ਜੀ ਕਿ ਜੇ ਕੋਈ ਬਰਗਾੜੀ ਵਰਗਾ ਹੈਪਨ ਹੋ ਗਿਆ ਤੇ ਅਣਪਛਾਤੀ ਪੁਲਿਸ ਤੇ ਆਪਾਂ ਨੂੰ ਪਹਿਲਾਂ ਨਹੀਂ ਲੱਭੀ ਬਾਬਿਓ। ਜੇ ਲੱਭੀ ਆ ਪੁਲਿਸ ਤੁਹਾਨੂੰ ਤੇ ਤਾਂ ਦੱਸ ਦਿਓ। ਸਿਰਫ ਬੇਨਤੀ ਇੱਕ, ਅਸੀਂ ਤੁਹਾਡੇ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਦੇ, ਅਸੀਂ ਸਿਰਫ ਇੱਕ ਬੇਨਤੀ ਕਰ ਸਕਦੇ ਹਾਂ ਤੁਹਾਡੇ ਅੱਗੇ
ਕਿ ਵੀਰ ਮੇਰੇ ਜੇ ਆਪਾਂ ਮੰਨਦੇ ਆ ਸਾਡੇ ਹਿਰਦੇ ਇੰਨੇ ਦੁਖੀ ਆ ਕਿ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੋਏ ਪਏ ਆ, ਪਰ ਜੇ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਬਾਬਿਓ ਜੇ ਮੇਰੇ ਭਰਾ ਤੁਸੀਂ ਸਾਰੇ ਜਣੇ ਇੱਕ ਗੱਲ ਦੱਸੋ ਮੈਨੂੰ ਵੀ ਜੇ ਕੋਈ ਇਦਾਂ ਦੀ ਗੱਲਬਾਜ਼ ਕਰਦਿਆਂ ਰੋਡ ਰੋਕਿਆਂ ਕਿਤੇ ਪਾਣੀ ਦੀਆਂ ਬਸ਼ਾਰਾਂ ਦੇ ਵਿੱਚ, ਕਿਤੇ ਲਾਠੀ ਚਾਰਜ ਦੇ ਵਿੱਚ, ਜਿੱਦਾਂ ਅੱਗੇ ਪੁਲਿਸ ਨੇ ਜਿਹੜੀ ਗੱਲਬਾਤ ਕੀਤੀ ਆ, ਜੇ ਕਿਤੇ ਫਿਰ ਉਹ ਬਾਬਿਓ ਗੱਲਬਾਤ ਹੋ ਗਈ ਫਿਰ ਆਪਾਂ ਨੂੰ ਨਾਲ ਲੱਗਦਾ ਹੀ ਦੂਜੇ ਬੰਨੇ ਵੀ ਧਰਨੇ ਲਾਉਣੇ ਪੈ ਜਾਣੇ। ਨਾ ਅਣਪਛਾਤੀ ਪੁਲਿਸ ਸਾਨੂੰ ਆਪਾਂ ਨੂੰ ਉਦੋਂ ਲੱਭੀ ਸੀ, ਨਾ ਅਣਪਛਾਤੀ ਪੁਲਿਸ ਆਪਾਂ ਨੂੰ ਹੁਣ ਲੱਭਣੀ ਆ। ਬਾਕੀ ਵੀਰ ਮੇਰਿਓ ਜੇ ਤੁਸੀਂ ਸੋਚਦੇ ਹੋ ਨਾ ਵੀ ਸਾਨੂੰ ਕੋਈ ਦਰਦ ਨਹੀਂ, ਤੁਸੀਂ ਬਾਹਰ ਬੈਠੇ ਆ, ਤਾਂ ਸਹੀ ਗੱਲ ਮੈਂ ਇੰਨੀ ਕੁ ਮੈਂ ਕਹਿਣੀ ਚਾਹੁੰਦਾ ਆਪਣੇ ਭਰਾਵਾਂ ਨੂੰ ਕਿ ਮੇਰੇ ਵੀਰ ਸਾਰੇ ਜਾਣੇ ਬਸ ਇੰਨੀ ਕੁ ਬੇਨਤੀ, ਹੱਥ ਜੋੜ ਕੇ ਬੇਨਤੀ ਤੁਹਾਡੇ ਗਾੜੀ ਮੇਰੀ ਕਿ ਤੁਸੀਂ ਮੇਰੇ ਵੀਰ ਨਾ ਬਸ ਇੰਨੀ ਕੁ ਗੱਲ ਮੰਨ ਲਓ, ਆਪਾਂ ਕੋਈ ਵੀ ਕੰਮ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ, ਪਿਆਰ ਨਾਲ ਗੱਲ ਮਨਾਉਣੀ ਆ ਆਪਣੀ ਜਿਹੜੀ ਮਨਾਉਣੀ ਆ, ਕਿਸੇ ਨਾਲ ਧੱਕਾ ਨਹੀਂ ਕਰਨਾ। ਵੇਖੋ ਜੇ ਆਪਾਂ ਰੋਡ ਬੰਦ ਕਰ ਦਿੰਦੇ ਆ, ਗੱਲਬਾਤ ਕਰ ਲੈਂਦੇ ਆ ਕੋਈ ਇਦਾਂ ਦੀ, ਜੇ ਆਪਣਾ ਭਰਾ ਕੋਈ ਮਰੀਜ਼ ਵਾ, ਜੇ ਆਪਣੇ ਭਰਾ ਨੂੰ ਜੇ ਕਿਤੇ ਕੋਈ ਜ਼ਰੂਰੀ ਕੰਮ ਆ ਤਾਂ ਉਹ ਪਰੇਸ਼ਾਨੀ ਉਹਨੂੰ ਹੋਣੀ ਆ, ਹੋਰ ਕਿਸੇ ਨੂੰ ਨਹੀਂ ਹੋਣੀ। ਸਿਰਫ ਇੰਨੀ ਕੁ ਗੱਲਬਾਤ ਮੇਰਾ ਬੇਨਤੀ ਸਾਰੇ ਹੀ ਭਰਾਵਾਂ ਦੇ, ਵੱਡੇ ਉਹ ਨਿੱਕੇ ਉਹ ਸਾਰਿਆਂ ਦੇ ਗੜੀ ਹੱਥ ਜੋੜ ਕੇ ਬੇਨਤੀ, ਮਸਲਾ ਸਾਡੇ ਪੰਜਾਬ ਦਾ, ਮਸਲਾ ਸਾਡੇ ਹੱਕਾਂ ਦਾ, ਮਸਲਾ ਸਾਡੀਆਂ ਜ਼ਮੀਨਾਂ ਦਾ। ਮੋਦੀ ਦੀ ਇੱਕ ਗੱਲਬਾਤ ਤੁਸੀਂ ਸੁਣ ਲਈ ਹੋਣੀ ਜਿਹਦੇ ਵਿੱਚ ਉਹਨੇ ਇੰਨੀ ਗੱਲ ਕਹੀ ਆ ਕਿ ਤੁਹਾਡੀ ਜ਼ਮੀਨ ਦਾ ਫਸਲ ਦਾ ਰੇਟ, ਦਵਾਈਆਂ, ਖਾਦ, ਬੀਜ, ਉਹਦੀ ਜ਼ਿੰਮੇਵਾਰੀ ਸਾਰੀ ਤੁਹਾਨੂੰ ਰਿਕੁਆਇਰਮੈਂਟ ਵਾਲਿਆਂ ਲੈ ਲੈਣੀ ਆ। ਤੇ ਬਾਬਿਓ ਤੁਹਾਡੇ ਹੱਥ ਕੀ ਰਹਿ ਜਾਣਾ, ਤੁਹਾਡੇ ਹੱਥ ਬਸ ਟਰੈਕਟਰ ਦਾ ਸਟੀਅਰਿੰਗ ਰਹਿ ਜਾਣਾ, ਇਹ ਤੋਂ ਪੱਲੇ ਵੱਧ ਪੱਲੇ ਕੱਖ ਨਹੀਂ ਬਚਣਾ ਆਪਣੇ। ਇੰਨੀ ਕੀ ਗੱਲ ਤੁਹਾਨੂੰ ਸਮਝਾਉਣੀ ਚਾਹੁੰਦੇ ਆ। ਬਹੁਤੀਆਂ ਗੱਲਾਂ ਜੇ ਕੋਈ ਹੁਣ ਕੁਝ ਪੱਤਰਕਾਰ, ਠੇਠਰ ਪੱਤਰਕਾਰ ਜਾ ਕੇ ਉੱਥੇ ਸਾਡੇ ਕੁਝ ਭਰਾਵਾਂ ਨੂੰ ਸਵਾਲ ਕਰਦੇ ਆ ਆਰਡੀਨੈਂਸ ਕੀ ਆ, ਇਹ ਜਿਹੜਾ ਬਿੱਲ ਪਾਸ ਹੋਇਆ ਕੀ ਆ, ਕੁਝ ਭਰਾਵਾਂ ਨੂੰ ਸਾਡਿਆਂ ਨੂੰ ਨਹੀਂ ਪਤਾ। ਯਾਰ ਤੁਸੀਂ ਸ਼ਰਮ ਕਰੋ, ਉਹ ਬੰਦਾ ਘਰੋਂ ਉੱਠ ਕੇ ਗਿਆ ਵਾ, ਉਹਨੂੰ ਸਿਰਫ ਇੰਨੀ ਗੱਲ ਦਾ ਪਤਾ ਵਾ, ਸਿਰਫ ਉਹਨੂੰ ਇੰਨੀ ਗੱਲ ਦਾ ਪਤਾ ਕਿ ਸਾਡੀਆਂ ਜ਼ਮੀਨਾਂ ਖਤਰੇ 'ਚ ਆ। ਉਹਨੂੰ ਕਿੱਦਾਂ ਪਤਾ ਵਾ? ਉਹਨੂੰ ਇਦਾਂ ਪਤਾ ਵਾ ਕਿ ਉਹਨੂੰ ਜਿਹੜੀ ਗੱਲਬਾਤ ਆ ਉਹਨੂੰ ਬਾਕੀ ਪਿੰਡ ਦੇ ਬੰਦਿਆਂ ਦੱਸਿਆ ਵੀ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜ਼ਮੀਨਾਂ ਨੂੰ ਖਤਰਾ, ਉਹਨੂੰ ਇੰਨੀ ਗੱਲ ਦਾ ਪਤਾ। ਉਹ ਧਰਨੇ ਤੇ ਗਿਆ, ਤੁਸੀਂ ਉਹ ਬੰਦੇ ਨੂੰ ਬਾਹੋਂ ਫੜ ਕੇ ਬਾਹਰ ਕੱਢਦੇ ਹੋ, ਇੱਕ ਬੰਦੇ ਨੂੰ ਵੇਖ ਕੇ ਭਲੇ ਮਾਨਸ ਬੰਦੇ ਨੂੰ ਤੁਸੀਂ ਬਾਹਰ ਕੱਢਦੇ ਹੋ, ਉਹਨੂੰ ਸਵਾਲ ਕਰਦੇ ਹੋ ਆਰਡੀਨੈਂਸ ਕੀ ਆ। ਉਹ ਤੁਹਾਨੂੰ ਇੰਨੀ ਗੱਲ ਕਹਿਣ ਡਿਆ ਵੀ ਸਾਨੂੰ ਇੰਨਾ ਕੁ ਪਤਾ ਵਾ ਕਿ ਸਾਡੀਆਂ ਜ਼ਮੀਨਾਂ ਖਤਰੇ 'ਚ। ਤੁਸੀਂ ਭੈਣ ਜੋ ਉਹਦੀ ਇਨਸਲਟ ਕਰਦੇ ਹੋ ਬੰਦੇ ਦੀ। ਯਾਰ ਮੈਨੂੰ ਆਰਡੀਨੈਂਸ ਬਾਰੇ ਨਹੀਂ ਕੋਈ ਪਤਾ ਹੈਗਾ ਜ਼ਿਆਦਾ, ਮੈਂ ਜਿੰਨਾ ਕੁ ਪੜ੍ਹਿਆ ਮੈਂ ਉਹਦੇ ਬਾਰੇ ਇੰਨਾ ਕੁ ਪੜ੍ਹਿਆ ਵੀ ਇਹ ਰਿਕੁਆਇਰਮੈਂਟ ਦੇ ਥੱਲੇ ਆ ਗਈ ਸਾਡੀ ਜ਼ਮੀਨ, ਮੇਰੀ ਜ਼ਮੀਨ ਰਿਕੁਆਇਰਮੈਂਟ ਦੇ ਥੱਲੇ ਆ ਗਈ ਤਾਂ ਮੇਰੀ ਜ਼ਮੀਨ ਦੇ ਵਿੱਚ ਜੋ ਕੁਝ ਬੀਜਣਾ ਮੈਂ ਉਹ ਕੰਪਨੀ ਦੇ ਕਹੇ ਤੇ ਬੀਜਣਾ, ਮੈਂ ਆਪਣੀ ਮਰਜ਼ੀ ਨਾਲ ਬੀਜ ਨਹੀਂ ਸਕਦਾ। ਬੀ ਉਹਨਾਂ ਦਾ ਪਾਉਣਾ ਪਊ, ਖਾਦਾਂ ਉਹਨਾਂ ਦੀਆਂ ਪਾਉਣੀਆਂ ਪੈਣਗੀਆਂ, ਦਵਾਈਆਂ ਉਹਨਾਂ ਦੀਆਂ ਪਾਉਣੀਆਂ ਪੈਣਗੀਆਂ ਤੇ ਅਖੀਰ ਤੇ ਆਣ ਕੇ ਰੇਟ ਉਹਨਾਂ ਦਾ ਲੈਣਾ ਪਊਗਾ। ਮੈਨੂੰ ਇਹ ਗੱਲ ਦਾ ਪਤਾ। ਜੇ ਹੁਣ ਮੇਰੇ ਕੋਲੋਂ ਤੁਸੀਂ ਉਹ 25 ਸਫ਼ਿਆਂ ਦਾ ਆਰਡੀਨੈਂਸ ਸੁਣੋਗੇ ਤੇ ਮੈਂ ਨਹੀਂ ਸੁਣਾ ਸਕਦਾ ਤੁਹਾਨੂੰ। ਥੋੜਾ ਸ਼ਰਮ ਨੂੰ ਹੱਥ ਮਾਰੋ ਯਾਰ, ਤੁਸੀਂ ਪੰਜਾਬੀ ਹੋ, ਤੁਸੀਂ ਮੈਂ ਜੋ ਆਪਣੇ 1.5 ਲੱਖ ਵਿਊ ਦੇ ਲਈ ਤੁਸੀਂ ਜਿਹੜਾ ਵਾ ਉਹ ਸਾਡੇ ਭਰਾਵਾਂ ਨੂੰ ਹੀ ਬੇਇੱਜ਼ਤ ਕਰਨ ਡਏ ਹੋ। ਤੁਸੀਂ ਸਾਡੇ ਭਰਾ ਹੋ ਕਿ ਤੁਸੀਂ ਮਤਲਬ ਦੁਸ਼ਮਣ ਹੋ ਸਾਡੇ? ਇਹ ਤੁਹਾਡੇ ਪੱਤਰਕਾਰਾਂ ਲਈ ਮੈਂ ਗੱਲਬਾਤ ਕਰਨ ਡਿਆ, ਤੁਹਾਡੀ ਪੀਲੀ ਪੱਤਰਕਾਰੀ ਲਈ। ਤੁਸੀਂ ਜਸ ਬਾਜਵਾ ਕੋਲ ਜਾਂਦੇ ਹੋ। ਮੇਰੀ ਗੱਲ, ਮੈਂ ਇੰਨੀ ਗੱਲ ਨਹੀਂ ਕਹਿੰਦਾ ਮੈਨੂੰ ਜਸ ਬਾਜਵੇ ਨਾਲ ਕੋਈ ਰੋਸ ਨਹੀਂ, ਮੈਨੂੰ ਅਮਰਤ ਮਾਨ ਨਾਲ ਕੋਈ ਰੋਸ ਨਹੀਂ, ਮੈਨੂੰ ਬੱਬੂ ਮਾਨ ਨਾਲ ਕੋਈ ਰੋਸ ਨਹੀਂ, ਮੈਨੂੰ ਸਿੱਧੂ ਮੂਸੇ ਵਾਲੇ ਨਾਲ ਕੋਈ ਰੋਸ ਨਹੀਂ। ਉਹਨਾਂ ਦਾ ਆਪਣਾ ਕੰਮ ਵਾ ਤੇ ਉਹ ਆਪਣਾ ਕੰਮ ਕਰਨ ਡਏ ਆ। ਬਟ ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ, ਤੁਸੀਂ ਜਸ ਬਾਜਵਾ ਕੋਲ ਜਾਂਦੇ ਹੋ, ਤੁਸੀਂ ਉੱਥੇ ਜੇ ਤੁਸੀਂ ਲੋਕਾਂ ਨੂੰ ਐਪਰੀਸ਼ੀਏਟ ਕਰਨਾ, ਤੁਸੀਂ ਜਿਹੜਾ ਧਰਨੇ ਦੇ ਵਿੱਚ ਆਇਆ ਤੁਸੀਂ ਉਹਨੂੰ ਐਪਰੀਸ਼ੀਏਟ ਕਰਨਾ, ਤੁਸੀਂ ਉਹਨੂੰ ਸਵਾਲ ਕਰੋ, ਬਾਈ ਜੀ ਹਾਂਜੀ ਫਲਾਨਾ ਬੰਦਾ ਉੱਥੇ ਬੈਠਾ ਵਾ, ਉਹ ਉੱਥੇ ਕੰਮ ਕਰਨ ਡਿਆ ਵਾ, ਤੁਸੀਂ ਇੱਥੇ ਕਿਹੜਾ ਕੰਮ ਕਰਨ ਡਏ ਹੋ? ਤੁਸੀਂ ਲੱਖੇ ਸਿਧਾਣੇ ਕੋ ਜਾਂਦੇ ਹੋ, ਤੁਸੀਂ ਲੱਖੇ ਸਿਧਾਣੇ ਨੂੰ ਇੰਨੀ ਗੱਲ ਕਹੋ, ਬਾਬਾ ਜੀ ਤੁਸੀਂ ਭਾਜੀ ਤੁਸੀਂ ਰਿਲਾਇੰਸ ਦੇ ਪੰਪ, ਤੁਸੀਂ ਮਾਰਕੀਟਾਂ ਬੰਦ ਕਰਨ ਡਏ ਹੋ, ਤੁਸੀਂ ਮਤਲਬ ਵੀ ਤੁਹਾਡੀ ਅਗਲੀ ਰੂਪ ਰੇਖਾ ਕੀ ਆ?
ਤੁਸੀਂ ਦੀਪ ਦੇ ਕੋਲ ਜਾਂਦੇ ਹੋ, ਤੁਸੀਂ ਦੀਪ ਦੇ ਕੋਲ ਜਾ ਕੇ ਤੁਸੀਂ ਇਹ ਸਵਾਲ ਕਰੋ ਵੀ ਦੀਪ ਬਾਈ ਸ਼ੰਭੂ ਮੋਰਚੇ ਦੇ ਬਾਰੇ ਤੁਹਾਡੀ ਅਗਲੀ ਰਣਨੀਤੀ ਕੀ ਆ, ਤੁਹਾਡਾ ਲੋਕਾਂ ਨੂੰ ਸੁਨੇਹਾ ਕੀ ਆ। ਉਹ ਤੁਸੀਂ ਠੇਠਰੋ ਜਾਂਦੇ ਕਿੱਥੇ, ਤੁਸੀਂ ਜਾਂਦੇ ਹੋ ਜਸ ਬਾਜਵੇ ਨੂੰ, ਤੁਸੀਂ ਜਸ ਬਾਜਵੇ ਨੂੰ ਸਵਾਲ ਕਰਦੇ ਹੋ ਤੁਹਾਨੂੰ ਦੀਪ ਸਿੱਧੂ ਕੋ ਛੱਡ ਕੇ ਚਲੇ ਗਿਆ, ਦੀਪ ਸਿੱਧੂ ਨੇ ਤੁਹਾਡਾ ਕੀ ਰੋਣਾ। ਤੁਸੀਂ ਆਪਣੀ ਗੱਲ ਦੂਜੇ ਦੇ ਮੂੰਹ ਦੇ ਵਿੱਚ ਧੱਕੇ ਨਾਲ ਕਮਾਉਣ ਨੂੰ ਕਿਉਂ ਫਿਰਨ ਡਏ ਹੋ। ਤੁਸੀਂ ਲੱਖੇ ਸਿਧਾਣੇ ਦੇ ਕੋਲ ਜਾਂਦੇ ਹੋ, ਤੁਸੀਂ ਲੱਖੇ ਸਿਧਾਣੇ ਨੂੰ ਇਹ ਸਵਾਲ ਕਰਨ ਦੀ ਬਜਾਏ ਕਿ ਹਾਂ ਬਈ ਲੱਖੇ ਬਾਈ ਤੂੰ ਰਿਲਾਇੰਸ ਦੇ ਪੰਪ ਬੰਦ ਕੀਤੇ, ਤੂੰ ਰਿਲਾਇੰਸ ਦੀਆਂ ਸਟੋਰ ਮਾਲ ਬੰਦ ਕੀਤੇ, ਤੂੰ ਰਿਲਾਇੰਸ ਦੇ ਜਿਹੜੇ ਕੋਈ ਸ਼ੋਰੂਮ ਜਾਂ ਕਿੱਦਾਂ ਕੁਝ ਵੀ ਆ ਉਹ ਬੰਦ ਕੀਤੇ, ਤੇਰੀ ਵਿਉਂਤਬੰਦੀ ਕੀ ਆ, ਤੇਰੀ ਰੂਪ ਰੇਖਾ ਕੀ ਆ ਪ੍ਰੋਗਰਾਮ ਦੀ, ਤੂੰ ਕੀ ਕਰਨਾ ਚਾਹੁੰਦਾ ਅਗਲੇ ਬੰਨੇ। ਤੁਸੀਂ ਲੱਖੇ ਦੇ ਮੂੰਹ 'ਚ ਕਿਹੜੇ ਬੋਲ ਪਾਉਣ ਡਏ ਹੋ, ਲੱਖੇ ਦੇ ਮੂੰਹ 'ਚ ਤੁਸੀਂ ਬੇ ਬੋਲ ਪਾਉਣ ਡਏ ਹੋ ਕਿ ਦੀਪ ਸਿੱਧੂ ਨਾਲ ਤੇਰਾ ਕੀ ਰੌਲਾ, ਦੀਪ ਸਿੱਧੂ ਤੇਰੇ ਤੋਂ ਵੱਖ ਕਿਉਂ ਹੋ ਗਿਆ। ਇਹਨੂੰ ਪੰਜਾਬ ਲਈ ਕੀਤੀ ਗਈ ਪੱਤਰਕਾਰੀ ਨਹੀਂ ਕਹਿੰਦੇ, ਇਹਨੂੰ ਸਰਕਾਰ ਦੇ ਕਪੂਰੇ ਚੱਟਣੇ ਕਹਿੰਦੇ ਆ। ਪੁਰਾਣੇ ਬੰਦੇ ਕਪੂਰਿਆਂ ਦਾ ਮਤਲਬ ਸਮਝ ਗਏ ਹੋਣਗੇ, ਸੌਰੀ ਟੂ ਸੇ ਮੈਨੂੰ ਥੋੜੇ ਜਿਹੇ ਲਫ਼ਜ਼ ਵਰਤਨੇ ਪੈ ਗਏ ਪਰ ਔਖੇ ਹੋ ਕੇ ਵਰਤੇ। ਤੁਸੀਂ ਦੀਪ ਸਿੱਧੂ ਕੋਲੋਂ ਜਾਂਦੇ ਹੋ, ਉੱਥੇ ਜੇ ਕੁਝ ਸਾਡੇ ਭਰਾ ਸਾਡੇ ਕੋਈ ਬੱਚੇ ਜੇ ਕਿਤੇ ਉਹ ਸੜਕ ਤੇ ਬਹਿ ਗਏ ਆ, ਦੀਪ ਉਹਨਾਂ ਨੂੰ ਮਨਾਉਣ ਗਿਆ ਵਾ, ਦੀਪ ਉਹਨਾਂ ਨਾਲ ਪਹਿਲੀ ਤੇ ਗੱਲ ਮੈਂ ਇੰਨੀ ਗੱਲ ਕਹਿੰਦਾ ਕਿ ਕੋਈ ਵੀ ਬੰਦਾ ਇੰਨੀਆਂ ਇਕੱਠ ਦੇ ਵਿੱਚ ਇੰਨੀ ਭੀੜ ਦੇ ਵਿੱਚ ਜਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦਾ। ਜੇ ਦੀਪ ਨੇ ਇੰਨੀ ਗੱਲਬਾਤ ਕੀਤੀ, ਜਾ ਕੇ ਦੀਪ ਉੱਥੇ ਗੱਲਬਾਤ ਕਰਨ ਡਿਆ, ਤੁਸੀਂ ਉਹਦੇ ਉੱਤੇ ਹੈਡਿੰਗ ਕੀ ਦਿੱਤਾ, ਨੌਜਵਾਨ ਹੋਏ ਦੀਪ ਦੇ ਖਿਲਾਫ ਤੇ ਦੀਪ ਦੇ ਨਾਲ ਹੋਈ ਝੜਪ ਨੌਜਵਾਨਾਂ ਦੀ। ਦੁਰਫੜੇ ਮੂੰਹ ਤੁਹਾਡੀ ਸੋਚਦਾ ਯਾਰ। ਤੁਸੀਂ ਪੰਜਾਬ ਲਈ ਪੱਤਰਕਾਰੀ ਕਰਨ ਡਏ ਹੋ ਜਾਂ ਗੌਰਮੈਂਟ ਲਈ ਪੱਤਰਕਾਰੀ ਕਰਨ ਡਏ ਹੋ। ਤੁਸੀਂ ਦੀਪ ਨੂੰ ਸਵਾਲ ਕਿਹੜੇ ਕਰਨੇ ਆ, ਤੁਸੀਂ ਉਹਨੂੰ ਸਵਾਲ ਕਿਹੜੇ ਕਰਨ ਡਏ ਹੋ। ਤੁਸੀਂ ਉਹਨੂੰ ਸ਼ੰਭੂ ਬੈਰੀਅਰ ਦੇ ਜਿਹੜੀ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਪੁੱਛਣੀ ਆ, ਤੁਸੀਂ ਉਹਨੂੰ ਕੀ ਪੁੱਛਣ ਡਏ ਹੋ। ਤੁਸੀਂ ਉਹਨੂੰ ਪੁੱਛਣ ਡਏ ਲੱਖੇ ਸਿਧਾਣੇ ਨਾਲ ਤੇਰਾ ਕੀ ਚੱਕਰ ਪੈ ਗਿਆ, ਗਾਇਕਾਂ ਨਾਲ ਤੇਰਾ ਕੀ ਚੱਕਰ ਪੈ ਗਿਆ। ਯਾਰ ਤੁਸੀਂ ਇੰਨੀ ਗੱਲ ਕਰਨੀ ਆ, ਤੁਸੀਂ ਸਾਰੇ ਪੱਤਰਕਾਰਾਂ ਨੇ ਤੁਸੀਂ ਪੰਜਾਬ ਵਾਸਤੇ ਗੱਲ ਕਰਨੀ ਆ ਤੇ ਤੁਸੀਂ ਉਹਦੇ ਬੰਦੇ ਨੂੰ ਇਸ਼ੂ ਨਹੀਂ ਮੂੰਹ ਦੇ ਵਿੱਚ ਤੁੰਨਣਾ ਉਹਦੇ। ਤੁਸੀਂ ਜਿਹੜਾ ਉਹਨੇ ਪ੍ਰੋਗਰਾਮ ਉਹ ਲੀਕਿਆ, ਉਹ ਪ੍ਰੋਗਰਾਮ ਜਿਹੜੀ ਆ ਮਤਲਬ ਵੀ ਉਹਦੀ ਰੂਪਰੇਖਾ ਪੁੱਛੋ। ਤੁਸੀਂ ਸਾਰੇ ਹੀ ਇੱਕ ਨਹੀਂ, ਸਾਰੇ ਹੀ ਬਾਬਾ, ਕੱਲਾ ਰਾਣਾ ਨਹੀਂ, ਸਾਰੇ ਹੀ ਯਾਰ, ਸਾਰੇ ਹੀ ਬੰਦੇ। ਕੋਈ ਇੱਕ ਸਾਡੇ ਜੇ ਕੋਈ ਸਾਡੇ ਭਰਾ ਮੰਦਬੁੱਧੀ ਥੋੜਾ ਜਿਹਾ ਉਹਦਾ ਦਿਮਾਗ ਘੱਟ ਕੰਮ ਕਰਦਾ ਵਾ, ਪੱਤਰਕਾਰ 10,000 ਬੰਦੇ ਦੇ ਵਿੱਚੋਂ ਉਹਨੂੰ ਲੱਭ ਕੇ ਬਾਹਰ ਕੱਢ ਕੇ ਉਹਨੂੰ ਆਰਡੀਨੈਂਸ ਬਾਰੇ ਪੁੱਛਣ ਡਿਆ। ਜਿਹੜੇ ਤੁਹਾਡੇ ਫੁੱਫੜ ਉੱਥੇ ਸਟੇਜ ਦੇ ਉੱਤੇ ਖਲੋਤੇ ਉਹਦੇ ਨਾਲ ਆਰਡੀਨੈਂਸ ਦੀ ਗੱਲ ਕਰੋ ਜਾ ਕੇ। ਤੁਸੀਂ ਇੱਕ ਗਰੀਬ ਮੇਰੇ ਵਰਗਾ 8ਵੀਂ ਪੜ੍ਹਿਆ ਬੰਦਾ, ਉਹਨੂੰ ਤੁਸੀਂ ਬਾਹਰ ਕੱਢ ਕੇ ਆਰਡੀਨੈਂਸ ਬਾਰੇ ਪੁੱਛਣ ਡਏ ਹੋ। ਕੀ ਗੱਲ ਤੁਹਾਨੂੰ ਉੱਥੇ ਹਜ਼ਾਰਾਂ ਦੇ ਲੱਖਾਂ ਦੇ ਇਕੱਠ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਲੱਭਦਾ? ਤੁਹਾਡੀ ਅਕਲ ਕੰਮ ਨਹੀਂ ਕਰਦੀ। ਤੁਸੀਂ ਕੰਮ ਕਿਹਦੇ ਲਈ ਕਰਨ ਡੇ? ਪੰਜਾਬੀਅਤ ਲਈ ਕੰਮ ਕਰਨ ਡੇ ਹੋ ਜਾਂ ਤੁਸੀਂ ਮਤਲਬ ਵੀ ਸਿਰਫ ਆਪਣੇ ਚੈਨਲ ਦੇ ਵਿਊ ਲਈ ਕੰਮ ਕਰਨ ਡੇ? ਤੁਸੀਂ ਕੰਮ ਕਿਹਦੇ ਲਈ ਕਰਨ ਡੇ ਹੋ? ਜਿਨ੍ਹਾਂ ਦੀ ਰੋਟੀ ਹਲ ਦੇ ਨਾਲ ਚੱਲਣੀ ਆ ਨਾ, ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਦੀ ਹਿੱਕ ਪਾੜ ਕੇ ਜਿਹਨੇ ਹਲ ਦੇ ਨਾਲ ਬੀ ਬੋਝ ਕੇ ਆਪਣੇ ਲਈ ਰੋਟੀ ਕੱਢਣੀ ਆ, ਉਹਨੂੰ ਇਸ ਵੇਲੇ ਪੰਜਾਬ ਦਾ ਫਿਕਰ ਆ। ਜਿਨ੍ਹਾਂ ਦੀ ਰੋਟੀ ਮਾਈਕ ਦੇ ਸਿਰੋਂ ਚੱਲਣੀ ਆ ਨਾ, ਜਿਨ੍ਹਾਂ ਦੀ ਰੋਟੀ ਮਾਈਕ ਦੀ ਸਿਰੋਂ ਚੱਲਣੀ ਆ, ਤੁਸੀਂ ਕਿਸੇ ਵੀ ਬੰਦੇ ਦੇ ਮੂੰਹ ਦੇ ਵਿੱਚ ਮਾਈਕ ਦੇ ਕੇ ਰੋਟੀ ਚਲਾਉਂਦੇ ਹੋ ਆਪਣੀ। ਤੁਸੀਂ ਆਪਣੇ ਲਫ਼ਜ਼ ਜਿਹੜੇ ਆ ਦੂਜੇ ਦੇ ਮੂੰਹ ਦੇ ਵਿੱਚ ਪਾ ਕੇ ਜਿਹੜੀ ਆਪਣੀ ਰੋਟੀ ਚਲਾਉਂਦੇ ਹੋ। ਸਿਰਫ ਇੰਨਾ ਫਰਕ ਵਾ ਤੁਹਾਡੀ ਸੋਚ ਦੇ ਵਿੱਚ ਤੇ ਉੱਥੇ ਬੈਠੇ ਬੰਦਿਆਂ ਦੀ ਸੋਚ ਦੇ ਵਿੱਚ। ਸਿੱਧੀ ਸਪਸ਼ਟ ਗੱਲ ਕਹੂੰਗਾ ਕਿ ਜਸਬੀਰ ਦੇ ਥੋੜੇ ਜਿਹੇ ਸਵਾਲ, ਚਲੋ ਜਸਬੀਰ ਨੇ ਕੀਤੀ ਹੋਵੇ ਗੱਲਬਾਤ ਤੇ ਮੈਂ ਮੰਨਦਾ ਵਾਂ। ਇੱਕ ਮਿੰਟ ਬਾਬੇ, ਮੇਰਾ ਫੋਨ ਥੋੜਾ ਡਾਊਨ ਹੋ ਗਿਆ, ਮੈਨੂੰ ਚਾਰਜ ਪਾਉਣਾ। ਲੱਗ ਜਾ।
ਹਾਂਜੀ ਵੀਰੇ ਸੌਰੀ, ਥੋੜਾ ਆਪਣਾ ਫੋਨ ਦਾ ਥੋੜਾ ਇਸ਼ੂ ਹੋ ਗਿਆ ਸੀ। ਤੇ ਬਸ ਇੰਨੀ ਕੁ ਬੇਨਤੀ ਪੱਤਰਕਾਰਾਂ ਵੀਰਾਂ ਸਾਹਮਣੇ ਵੀ ਕਰਨੀ ਚਾਹੁੰਦੇ ਆ ਕਿ ਥੋੜਾ ਜਿਹਾ ਆਪਣੀ ਮਾਈਕ ਤੋਂ ਰੋਟੀ ਜੇ ਮਿਲਦੀ ਆ ਨਾ ਤਾਂ ਇਹ ਤੁਹਾਨੂੰ ਲੋਕਾਂ ਦੇ ਵਿਊ ਕਰਕੇ ਮਿਲਦੀ ਆ, ਤੇ ਤੁਸੀਂ ਸਿਰਫ ਆਪਣੇ ਚੰਦ ਵਿਊ ਵਧਾਉਣ ਦਾ ਕਰਕੇ ਆਪਣੀ ਗੱਲ ਦੂਜੇ ਦੇ ਮੂੰਹ 'ਚ ਨਾ ਪਾਇਆ ਕਰੋ। ਤੁਹਾਡੀ ਲੋੜ ਵਾ ਇਸ ਵੇਲੇ ਪੰਜਾਬ ਨੂੰ, ਕੌਮ ਨੂੰ, ਸਮਾਜ ਨੂੰ। ਜਿਹੜੀ ਗੱਲਬਾਤ ਕਰਨੀ ਆ ਤੁਸੀਂ ਉਹ ਤਰੀਕੇ ਨਾਲ ਵੀ ਕਰ ਸਕਦੇ ਹੋ, ਤੁਸੀਂ ਦੱਸ ਸਕਦੇ ਹੋ, ਸਮਝਾ ਸਕਦੇ ਹੋ। ਤੁਸੀਂ ਆਪਣੇ ਲਫ਼ਜ਼ ਦੂਜੇ ਦੇ ਮੂੰਹ 'ਚ ਧੱਕੇ ਨਾ ਪਾਓ। ਤੁਸੀਂ ਇਹਦੇ ਵਿੱਚੋਂ ਕੱਢਦੇ ਕੀ ਹੋ? ਤੁਸੀਂ ਇਹਦੇ ਵਿੱਚੋਂ ਕੱਢਣਾ ਵਾ ਆਪਣਾ ਵਿਊ ਕੱਢਣੇ ਆ, ਉਹਦੇ ਵਿੱਚੋਂ ਤੁਹਾਡੀ TRP ਵਧਣੀ ਆ, TRP ਦੇ ਵਿੱਚੋਂ ਤੁਹਾਡਾ ਕਮਿਸ਼ਨ ਵਧਣਾ ਵਾ। ਉਹ ਬਾਈ ਨਵਕੀਰਤ ਸਿੰਘ ਜੀ RSS ਦਾ ਮੈਡਲ ਤੇ ਪਤਾ ਨਹੀਂ ਆ ਮੇਰੇ ਗਲ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਤੁਹਾਡੇ ਵਰਗੇ ਮੇਰੇ ਕਈ ਛੋਟੇ ਵੱਡੇ ਵੀਰਾਂ ਨੇ 15 ਕੇ 16 ਬੰਦਿਆਂ ਨੇ ਪਾ ਦਿੱਤਾ ਹੋਊਗਾ, ਤੇ ਮੈਂ ਉਹ ਮੈਡਲ ਟਰੱਕ ਦੇ ਵਿੱਚ ਰੱਖਿਆ। ਬਟ ਨਾ ਤੇ ਮੈਨੂੰ ਕਦੀ RSS ਵੱਲੋਂ ਕੋਈ ਰੁਪਈਆ ਆਇਆ ਵਾ, ਨਾ ਮੈਨੂੰ ਕਦੀ ਉਹਨਾਂ ਨਾਲ ਗੱਲਬਾਤ ਹੋਈ ਹੈ, ਨਾ ਮੈਂ ਸਾਲਾ ਕੋਈ RSS ਦਾ ਵੇਖਿਆ ਹੀ ਆ ਵੀ ਮੇਰੇ ਸਾਹਮਣੇ RSS ਵਾਲਾ ਕੋਈ ਬੰਦੇ ਨੇ ਗੱਲਬਾਤ ਕੀਤੀ ਹੋਏ। RSS ਦਾ ਮੈਡਲ ਤੇ ਮੇਰੇ ਗਲ 'ਚ ਵੀ ਆ। ਹਾਂਜੀ ਲੇਜੈਂਡ ਬਾਬੇ, ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾ ਬਾਬਾ, ਵੇਖੋ ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਬਾਬਾ ਜੀ ਮੈਂ ਕਿਸੇ ਦੀ ਸੋਚ ਤੇ ਕਾਬਜ ਨਹੀਂ। ਮੇਰੇ ਸਬੰਧ ਤੁਹਾਨੂੰ ਤੁਸੀਂ ਮੇਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਆਪਣੇ ਅਕਾਲੀ ਵੀਰਾਂ ਨਾਲ ਵੀ, ਕਾਂਗਰਸੀ ਵੀਰਾਂ ਨਾਲ ਵੀ, ਉਹਨਾਂ ਦੀ ਸੋਚ ਤੇ ਕਬਜ਼ਾ ਕੋਈ ਨਹੀਂ। ਜਿੰਦ ਦੀ ਸੋਚ ਕੀ ਆ ਮੈਨੂੰ ਨਹੀਂ ਪਤਾ। ਮੇਰੀ ਉਹਦੇ ਨਾਲ ਹਾਏ ਹੈਲੋ ਹੈਗੀ ਆ, ਠੀਕ ਆ, ਗੱਲਬਾਤ ਹੈਗੀ ਆ। ਕਿਸੇ ਵੇਲੇ ਅਸੀਂ ਮਤਲਬ ਵੀ ਵਧੀਆ ਸੱਜਣ ਹੀ, ਅੱਜ ਚਲੋ ਥੋੜੇ ਜਿਹੇ ਮਨ ਮੁਟਾਵ ਮੇਰੇ ਦਿਲ ਦੇ ਵਿੱਚ ਹੈਗੇ ਉਹਦੇ ਲਈ, ਠੀਕ ਆ। ਮੈਂ ਗੱਲ ਲਕਾਉਣੀ ਵੀ ਨਹੀਂ ਚਾਹੁੰਦਾ, ਹੈਗੇ ਮੇਰੇ ਮਨ ਮੁਟਾਵ ਥੋੜੇ ਜਿਹੇ ਉਹਦੇ ਨਾਲ ਹੈਗੇ ਆ। ਮੈਂ ਸਿਰਫ ਇੰਨੀ ਕੁ ਗੱਲ ਕਰਨੀ ਚਾਹੁੰਦਾ ਕਿ ਉਹ ਜੋ ਬੋਲਦਾ ਉਹ ਉਹਦੀ ਸੋਚ ਵਾ, ਜੋ ਮੈਂ ਬੋਲਦਾ ਮੇਰੀ ਜ਼ੁਬਾਨ ਦੇ ਵਿੱਚੋਂ ਜਿਹੜਾ ਲਫ਼ਜ਼ ਕਿਰਦਾ ਵਾ ਉਹ ਮੇਰਾ ਵਾ, ਤੇ ਮੈਂ ਉਹਦਾ ਜਵਾਬਦੇਹ ਵੀ ਆ। ਮੈਂ ਉਸ ਗੱਲ ਦਾ ਰਿਸਪੌਂਸੀਬਲ ਵੀ ਆ। ਤੇ ਜੇ ਕੋਈ ਮੇਰਾ ਸੱਜਣ ਵੀ, ਈਵਨ ਮੇਰਾ ਪਿਓ ਵੀ ਕੋਈ ਗੱਲ ਬੋਲਦਾ ਵਾ ਤਾਂ ਮੈਂ ਉਹਦੇ ਲਫ਼ਜ਼ਾਂ ਦਾ, ਉਹਦੀ ਸੋਚ ਦਾ ਮੈਂ ਮਤਲਬ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ, ਜਾਂ ਮੈਂ ਆਪਣੇ ਬਾਪੂ ਦੀ ਸੋਚ ਦੀ ਗੱਲ ਤੇ ਵੀ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ। ਕਿਉਂ ਨਹੀਂ ਲੈ ਸਕਦਾ? ਕਿਉਂਕਿ ਉਹਨਾਂ ਦੀ ਆਪਣੀ ਸੋਚ ਆ, ਮੇਰੀ ਆਪਣੀ ਸੋਚ ਆ। ਠੀਕ ਹੈ ਬਾਬੇ। ਤੇ ਹਾਂ ਬਾਬੇ, ਤੁਹਾਡਾ ਮੈਨੂੰ ਆਪਣਾ ਤੁਹਾਡੇ ਨਾਲ ਚਲੋ ਆਪਣੀ ਗੱਲਬਾਤ ਹੁੰਦੀ ਨਹੀਂ ਜੀ, ਤੁਹਾਨੂੰ ਆਪਣੀ ਸੋਚ ਬਾਰੇ ਜ਼ਿਆਦਾ ਪਤਾ ਵਾ ਵੀ ਆਪਣਾ ਕੀ ਸੋਚ ਰੱਖਦੇ ਆ। ਆਪਾਂ ਕਿਸੇ ਯਾਰ ਨਾਲ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ ਰੱਖੀਦਾ। ਹੁਣ ਆਪਣੇ ਕੋਈ ਮੇਰਾ ਵੀਰ ਸੱਜਣ ਹੈਗਾ ਵਾ ਬਲਕਾਰ ਸਿੰਘ, ਆਪਣਾ ਕਾਲਕਟ, ਉਹ ਜਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਉਹਦਾ ਵੀ ਪਤਾ ਆਪਾਂ ਨੂੰ। ਬਟ ਉਹ ਜਿਹੜਾ ਅੱਜ ਉਹ ਜਿਹੜੀ ਗੱਲਬਾਤ ਕਰਨ ਡਿਆ ਵਾ ਉਹ ਦੀਪ ਸਿੱਧੂ ਦੇ ਹੱਕ ਦੀ ਕਰਨ ਡਿਆ ਵਾ, ਤੇ ਆਪਾਂ ਨੂੰ ਚੰਗੀ ਲੱਗੀ ਆ। ਜਦੋਂ ਤੱਕ ਆਪਾਂ ਆਪਣਾ ਪੁਆਇੰਟ ਆਫ ਵਿਊ ਡਾਇਰੈਕਟ ਨਹੀਂ ਲੋਕਾਂ ਦੇ ਸਾਹਮਣੇ ਰੱਖਦੇ, ਉਹਨਾਂ ਚਿਰ ਆਪਣੀ ਸੋਚ ਦਾ ਸਮਝ ਨਹੀਂ ਆ ਸਕਦੀ ਕਿਸੇ ਨੂੰ। ਤੁਸੀਂ ਅਕਾਲੀ ਹੋ, ਕਾਂਗਰਸੀ ਹੋ, ਡਜਨਟ ਮੈਟਰ ਵਾ, ਕੋਈ ਚੱਕਰ ਨਹੀਂ ਯਾਰ। ਬਸ ਗੱਲ ਇਹ ਆ ਮੌਕੇ ਦੀ ਨਿਜਾਗਤ ਕੀ ਆਂਦੀ, ਮੌਕਾ ਸਮੇਂ ਦੀ ਲੋੜ ਕੀ ਆ। ਲੱਖਾ ਕੰਮ ਕਰਨ ਡਿਆ ਵਾ, ਲੱਖਾ ਕਿਸੇ ਹੋਰ ਤਰੀਕੇ ਕੰਮ ਕਰਨ ਡਿਆ, ਉਹਨੂੰ ਐਪਰੀਸ਼ੀਏਟ ਕਰੋ, ਕਿਉਂਕਿ ਕਰਨ ਉਹ ਵੀ ਸਾਡੇ ਕਰਕੇ ਹੀ ਡਿਆ। ਉਹਦਾ ਕੋਈ ਜੇ ਉਹਨੇ ਗੱਲਬਾਤ ਕਰ, ਜੇ ਉਹਨੇ ਆਪਣਾ ਹੀ ਸੋਚਣਾ ਹੋਵੇ ਸਿਰਫ, ਤਾਂ ਵੀ ਬਹਿ ਕੇ ਉਹਦੇ ਕੋਲ ਇੰਨਾ ਕੁ ਜਾਇਦਾਦ ਹੈਗੀ, ਜ਼ਮੀਨ ਜਾਇਦਾਦ ਹੈਗੀ ਆ, ਤੇ ਉਹ ਆਪਣਾ ਚਲਾ ਸਕਦਾ ਰੋਟੀ ਪਾਣੀ। ਜੇ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਵੀ ਉਹਦਾ ਕੈਰੀਅਰ ਹੈਗਾ ਹੀ, ਸਾਰਾ ਕੁਝ ਹੈਗਾ ਹੀ, ਉਹ ਕਰ ਸਕਦਾ ਸੀ, ਆਪਣੇ ਕੈਰੀਅਰ ਵੱਲ ਹੀ ਧਿਆਨ ਦਿੰਦਾ ਰਹਿੰਦਾ, ਕੋਈ ਚੱਕਰ ਨਹੀਂ। ਬਟ ਜੇ ਉਹ ਅੱਗੇ ਆਇਆ ਵਾ ਤੇ ਆਪਾਂ ਇੱਕ ਪਹਿਲਾਂ ਹੀ ਉਹਨੂੰ ਇੰਨੀ ਗੱਲ ਕਹਿ ਕੇ ਨਕਾਰ ਦਈਏ, RSS ਨਾਲ ਜੁੜਿਆ ਸੀ, ਇਹ ਸਨੀ ਦਿਓਲ ਦੀ ਸਪੋਰਟ ਕਰਦਾ ਸੀ, ਇਹ ਭਾਜਪਾ ਦਾ ਬੰਦਾ ਵਾ, ਤਾਂ ਗੱਲ ਫਿਰ ਉੱਥੇ ਆਣ ਕੇ ਮੁੱਕ ਜਾਂਦੀ ਵੀ ਇਹਦਾ ਬਦਲ ਕੀ ਲੱਭਾਂਗੇ ਆਪਾਂ। ਬਦਲ ਆਪਾਂ ਪੁਰਾਣੇ ਲੀਡਰਾਂ ਦਾ ਬਦਲ ਕੀ ਲੱਭਾਂਗੇ, ਨਹੀਂ ਤੇ ਫਿਰ ਫੱਕਰ ਲੱਭ ਲਈਏ, ਸਿੰਗਰ ਲੱਭ ਲਈਏ, ਇਹ ਸੁੱਤੇ ਰਹਿਣ, ਇਹ ਮੌਜ ਫਕੀਰਾਂ ਦੀ ਦੇ ਵਿੱਚ ਰਹਿਣ, ਤੇ ਅਸੀਂ ਸੜਕਾਂ ਤੇ ਤੁਰੇ ਫਿਰੀਏ। ਦੈਟਸ ਇਟ। ਫਿਰ ਇਹ ਤੋਂ ਵੱਧ ਤੇ ਅੱਗੇ ਗੱਲ ਕਰਨ ਦੀ ਨਾ ਮੇਰਾ ਫਾਇਦਾ ਵਾ, ਨਾ ਤੁਹਾਡੇ ਗੱਲ ਕਰਨ ਦਾ ਫਾਇਦਾ, ਨਾ ਤੁਹਾਡੇ ਸੁਣਨ ਦਾ ਫਾਇਦਾ, ਨਾ ਮੇਰੇ ਭੌਂਕਣ ਦਾ ਫਾਇਦਾ। ਠੀਕ ਹੈ ਜੀ। ਜਿਹੜੇ ਕੋਈ ਬੰਦੇ ਗੱਲਬਾਤ ਕਰਨ ਵਾਲੇ ਉਹਨਾਂ ਨੂੰ ਅੱਗੇ ਲਿਆਓ, ਤੁਸੀਂ ਅੱਗੇ ਆਓ ਯਾਰ। ਬੜੇ ਬੜੇ ਸੂਝਵਾਨ ਬੰਦੇ ਬੈਠੇ ਮੇਰੇ ਨਾਲ, ਇਦਾਂ ਦੇ ਬੰਦੇ ਜੁੜੇ ਆ ਵੀ ਲਿਖਤਾਂ ਪੜ੍ਹ ਕੇ ਕਮੈਂਟ ਕਰਨ ਦੀ ਹਿੰਮਤ ਨਹੀਂ ਹੁੰਦੀ ਸਾਡੇ ਵਿੱਚ ਵੀ ਯਾਰ ਇਹਨਾਂ ਦੀ ਏਡੀ ਉੱਚੀ ਗੱਲ ਦਾ ਜਵਾਬ ਕੀ ਦਈਏ ਅਸੀਂ।
ਇਦਾਂ ਦੇ ਬੰਦੇ ਮੇਰੇ ਨਾਲ ਕਈ ਵਾਰੀ ਐਡ ਵਾ, ਮੈਂ ਉਹਨਾਂ ਬੰਦਿਆਂ ਦੀਆਂ ਜਾ ਕੇ ਪੋਸਟਾਂ ਦੇ ਉੱਤੇ ਮੈਂ ਉਹਨਾਂ ਦੀ ਪੋਸਟ ਵੇਖਦਾ ਵਾਂ, ਪੋਸਟ ਪੜ੍ਹਦਾ ਵਾਂ ਤੇ ਆਪਣੇ ਆਪ ਨੂੰ ਉਸ ਲੈਵਲ ਤੋਂ ਹੀ ਨੀਵਾਂ ਸਮਝੀਦਾ ਵਾ ਕਿ ਇਹਨਾਂ ਬੰਦਿਆਂ ਦੀ ਜਿਹੜੀ ਗੱਲਬਾਤ ਆ ਉਹਦਾ ਜਵਾਬ ਕੀ ਦੇਵਾਂਗੇ ਅਸੀਂ, ਕਿਉਂਕਿ ਮੇਰੇ ਕੋਲ ਤਾਂ ਜਵਾਬ ਕਈ ਵਾਰੀ ਹੁੰਦਾ ਹੀ ਨਹੀਂ। ਉੱਥੇ ਕਮੈਂਟ ਕਰੀ ਕੀਤਿਆਂ ਬਗੈਰ ਨਿਕਲ ਆਈਦਾ। ਤੁਸੀਂ ਅੱਗੇ ਆਓ, ਆਪਣਾ ਕੋਈ ਵਿਚਾਰ। ਦੀਪ ਸਿੱਧੂ ਗਰਾਊਂਡ ਲੈਵਲ ਤੇ ਬੈਠਾ, ਲੱਖਾ ਸਿਧਾਣਾ ਗਰਾਊਂਡ ਲੈਵਲ ਦੇ ਉੱਤੇ ਬੈਠਾ, ਠੀਕ ਆ ਜੀ। ਜੇ ਤੁਹਾਨੂੰ ਲੱਗਦਾ ਕਿ ਡਾਕਟਰ ਗਾਂਧੀ ਵਰਗੇ ਬੰਦੇ ਜਿਹੜੇ ਆਪ ਦੇ ਵਿੱਚੋਂ ਨਕਾਰੇ ਬੰਦੇ ਜਾਂ ਹੋਰ ਕਿਸੇ ਬੰਦਿਓਂ ਨਕਾਰੇ ਬੰਦੇ, ਚੰਗੇ ਬੰਦੇ ਪੰਜਾਬ ਲਈ ਕਰ ਸਕਦੇ ਆ ਕੁਝ, ਤਾਂ ਵੀਰ ਮੇਰੇ ਉਹਨਾਂ ਨਾਲ ਪਹੁੰਚ ਕਰੋ, ਉਹਨਾਂ ਨਾਲ ਗੱਲ ਕਰੋ। ਜਿਹੜਾ ਬੰਦਾ ਜ਼ਮੀਨ ਲੈਵਲ ਦੇ ਉੱਤੇ ਤੁਹਾਡੀ ਗੱਲ ਸੁਣਦਾ, ਤੁਹਾਨੂੰ ਮੌਕਾ ਦਿੰਦਾ ਬੋਲਣ ਦਾ। ਆ ਮੇਰੇ ਸਤਿਕਾਰਯੋਗ ਚਾਚਾ ਜੀ ਕੌਰ ਸਿੰਘ ਬਰਾੜ ਹੋਣੀ ਆ, ਬੜੀ ਉੱਚੀ ਪੋਸਟ ਤੇ ਬੱਚੇ ਆ, ਆਪਣੇ ਪ੍ਰੋਫੈਸਰ ਵਾ, ਹੁਣ ਖੇਤੀਬਾੜੀ ਕਰਦੇ ਆ। ਸੁਣ, ਬੰਦਿਆਂ ਨੂੰ ਆਉਣਾ ਚਾਹੀਦਾ ਵਾ ਅੱਗੇ, ਆਇਆ ਹੀ ਗੱਲ ਬਣਦੀ ਹੈ। ਜਿੰਨਾ ਚਿਰ ਸਾਡੇ ਕੋਲ ਬਦਲ ਨਹੀਂ, ਉਨਾ ਚਿਰ ਇਹ ਕੰਜਰ ਘਾਟ ਸਾਡੇ ਨਾਲ ਹੁੰਦਾ ਹੀ ਰਹਿਣਾ। ਲੜਾਈ ਕਿਸੇ ਦੀ ਕੋਈ ਪਰਸਨਲ ਨਹੀਂ। ਜੇ ਕੋਈ ਬਾਹਰ ਬੈਠਾ ਵੀਰ ਨਾ ਇਸ ਵੇਲੇ, ਜੇ ਬਾਹਰ ਬੈਠਾ ਵੀਰ ਗੱਲ ਕਰਨ ਡਿਆ ਤੁਹਾਡੇ ਹਿੱਤਾਂ ਦੀ, ਤਾਂ ਇਹ ਮਤ ਸੋਚੋ ਕਿ ਉਹ ਬਾਹਰ ਬੈਠਾ ਵਾ। ਇਹ ਮਤ ਸੋਚੋ ਕਿ ਉਸ ਬੰਦੇ ਨੂੰ ਪੰਜਾਬ ਦਾ ਦਰਦ ਨਹੀਂ। ਹੋ ਸਕਦਾ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਹੀ ਬਾਹਰ ਹੋਵੇ, ਬਾਕੀ 4 ਜਣੇ ਉੱਥੇ ਹੋਣ। ਕੁਲਵੰਤ ਸਿੰਘ ਉਹ ਤੇ ਚੱਕਰ ਆ ਨਾ, ਚਲੋ ਕੋਈ ਨਹੀਂ, ਉਹ ਵੀ ਫਿਰ ਬਾਬਾ ਕਈ ਵਾਰੀ ਮੈਂ ਥੋੜੀ ਜਿਹੀ ਗੱਲਬਾਤ ਉਸ ਬਾਰੇ ਵੀ ਆਪਾਂ ਕਰ ਲੈਂਦੇ ਹਾਂ, ਚਲੋ ਦੱਸ ਦਿੰਦੇ ਹਾਂ, ਠੀਕ ਆ ਨਾ। ਤੇ ਦੁੱਖ ਇਸ ਵੇਲੇ ਪੰਜਾਬ ਨੂੰ ਵੀਰ ਤੁਹਾਡੇ ਜਿੰਨਾ ਹੀ ਆ, ਜਿੰਨਾ ਤੁਹਾਨੂੰ ਆ ਨਾ ਓਨਾ ਹੀ ਸਾਨੂੰ। ਮੈਂ 1900 ਮੇਰੇ ਹਿਸਾਬ ਨਾਲ 94-95 ਤੋਂ ਬਾਅਦ ਮਤਲਬ ਵੀ ਕਦੀ ਨਹੀਂ ਖੇਤੀਬਾੜੀ ਕੀਤੀ। ਪਹਿਲਾਂ ਬੀਜਦੇ ਹੁੰਦੇ ਸੀ, ਹੁਣ ਕਣਕ ਬੀਜੀ ਦੀ ਆ ਥੋੜੀ ਜਿਹੀ ਕਿੱਲਾ ਤੇ ਬਾਕੀ ਠੇਕੇ ਠੂਕੇ ਤੇ ਦੇ ਦੀ। ਬਟ ਪਰ ਜਿਹੜੇ ਬਾਕੀ ਮੇਰੇ 16 ਭਰਾ ਬੈਠੇ ਆ ਸਰੀਕੇ ਦੇ ਵਿੱਚ, ਜਾਂ ਮੇਰੇ ਚਾਚੇ ਤਾਇਆਂ ਦੇ ਵਿੱਚੋਂ, ਜਾਂ ਬਾਕੀ ਦਾਦੇ ਹੋਣਾ ਦੇ ਪਰਿਵਾਰ ਦੇ ਵਿੱਚੋਂ, ਸਾਰੇ ਹੀ ਪੰਜਾਬ ਮਤਲਬ ਖੇਤੀ ਕਰਦੇ ਆ। ਦੁੱਖ ਸਾਨੂੰ ਵੀ ਵੀਰ ਓਨਾ ਹੀ ਆ ਤੁਹਾਡੀਆਂ ਜ਼ਮੀਨਾਂ ਦਾ, ਤੁਹਾਡੀਆਂ ਫਸਲਾਂ ਦੇ ਰੇਟਾਂ ਦਾ ਜਿੰਨਾ ਤੁਹਾਨੂੰ। ਤੇ ਜੇ ਤੁਸੀਂ ਸਾਨੂੰ ਇੰਨੀ ਗੱਲ ਕਹਿੰਦੇ ਵੀ ਇੱਥੇ ਆ ਜਾਓ, ਇੱਥੇ ਆਣ ਕੇ ਗੱਲ ਕਰੋ, ਤਾਂ ਵੀਰ ਮੇਰੇ ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ, ਅਸੀਂ ਇੱਥੇ ਹੀ ਆਏ, ਕਿਤੇ ਮੈਂ ਭਟਾਨ ਚੋਂ ਆਇਆ ਵਾਂ, ਜਾਂ ਬਾਕੀ ਜਿਹੜੇ ਆਏ ਉਹ ਭਟਾਨ ਚੋਂ ਆਏ ਆ, ਜਾਂ ਜਿਹੜਾ ਤੁਹਾਡਾ ਕਰਕੇ ਪਾਰਟੀਆਂ ਨੂੰ ਲੱਖਾਂ ਕਰੋੜਾਂ ਰੁਪਏ ਫੰਡ ਭੇਜ ਦਿੰਦੇ, ਜਾਂ ਉਹ ਭਟਾਨ ਚੋਂ ਆਏ ਆ। ਪੰਜਾਬ ਚੋਂ ਹੀ ਗਏ ਆ, ਪੰਜਾਬ ਦਾ ਹੀ ਖੂਨ ਆ, ਤੁਹਾਡੇ ਵਾਲੀ ਬਲੱਡ ਲਾਈਨ ਆ ਸਾਡੀ। ਤੇ ਜੋ ਬਲੱਡ ਲਾਈਨ ਤੁਹਾਡੇ ਵਾਲੀ ਆ, ਤੇ ਤੁਹਾਡੇ ਵਾਲੇ ਵਿਚਾਰ ਹੋਣੇ, ਤੁਹਾਡੇ ਵਾਲੀਆਂ ਗੱਲਾਂ ਹੋਣੀਆਂ, ਤੁਹਾਡੇ ਵਾਲੀ ਸਾਡੀ ਸੋਚ ਹੋਣੀ ਆ, ਤੇ ਤੁਹਾਡੇ ਵਾਲਾ ਹੀ ਦਰਦ ਹੋਣਾ ਹਨ। ਮੈਂ ਟਰੱਕ ਚਲਾਉਣਾ ਵਾਂ ਇੱਥੇ, ਆਪਣੇ ਪਰਿਵਾਰ ਦੇ ਖਰਚੇ ਨਾਲੋਂ ਵੱਧ ਹੀ ਬਣਾ ਲੈਂਦੇ ਆ। ਚਲੋ ਬਾਬੇ ਦੀ ਕਿਰਪਾ ਰਹੀ ਤੇ ਇੱਥੇ ਥੋੜਾ ਬਹੁਤ ਆਪਣਾ ਕੋਈ ਨਾ ਕੋਈ ਕੰਮ ਆਪਣੇ ਤਰੀਕੇ ਨਾਲ ਆਪਣਾ ਕਰ ਲਾਂਗੇ। ਅੱਜ ਚਲਾ ਰਹੇ ਆ, ਕੱਲ ਨੂੰ ਆਪਣਾ ਲੈ ਆਵਾਂਗੇ, ਇੰਨੀ ਕੁ ਅਸੀਂ ਤਰੱਕੀ ਕਰ ਲਾਂਗੇ। ਬਟ ਜੇ ਸੋਚੋ ਵੀ ਅਸੀਂ ਹੁਣ ਤੁਹਾਡਾ ਦਰਦ ਨਹੀਂ ਕਰ ਸਕਦੇ, ਤੁਹਾਡੀ ਗੱਲ ਨਹੀਂ ਲੋਕਾਂ ਸਾਹਮਣੇ ਰੱਖ ਸਕਦੇ, ਮੈਂ ਇੰਨੀ ਕੁ ਗੱਲ ਸਮਝਦਾ ਵੀ ਮੇਰੀ ਜੇ ਕੋਈ ਤੁਸੀਂ 685 ਬੰਦੇ ਮੇਰੀ ਗੱਲ ਸੁਣ ਰਹੇ ਹੋ ਤੇ ਮੈਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਤੇ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਨੂੰ ਇੱਕ ਸੁਨੇਹਾ ਦੇਵਾਂ ਆਪਣੀ ਵੱਲੋਂ। ਮੈਨੂੰ ਕੀ ਸਹੀ ਲੱਗਦਾ ਵਾ, 100% ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਨਹੀਂ ਗੇ, ਤੇ ਉਹ ਤੁਸੀਂ ਆਪਣਾ ਵਿਚਾਰ ਦੇ ਰੱਖ ਸਕਦੇ ਹੋ ਬਾਬਿਓ। ਤੁਸੀਂ ਮੈਨੂੰ ਟੋਕ ਸਕਦੇ ਹੋ, ਤੁਸੀਂ ਮੈਨੂੰ ਪੁੱਛ ਸਕਦੇ ਹੋ, ਮੈਂ ਤੁਹਾਡੇ ਤੇ ਆਪਣੇ ਵਿਚਾਰ ਕਦੀ ਥੋਪੂੰਗਾ ਨਹੀਂ, ਠੀਕ ਆ ਜੀ। ਦੂਜੀ ਗੱਲਬਾਤ ਜਿਹੜੀ ਕੁਝ ਲੋਕ ਸਾਨੂੰ ਕਹਿ ਦਿੰਦੇ ਵੀ ਜਥੇਬੰਦੀਆਂ ਇੰਨੇ ਚਿਰ ਦੀਆਂ ਜਿਹੜੀਆਂ ਮਤਲਬ ਵੀ ਚੱਲਣ ਡਈਆਂ ਵਾ, ਜਥੇਬੰਦੀਆਂ ਇੰਨੇ ਚਿਰ ਦਾ ਕੰਮ ਕਰਨ ਡਈਆਂ, ਕਿਸਾਨ ਜਥੇਬੰਦੀਆਂ। ਮੈਂ ਤੁਹਾਨੂੰ ਇੰਨੀ ਗੱਲ ਪੁੱਛਦਾ ਵੀ ਉਹਨਾਂ ਕਿਸਾਨ ਜਥੇਬੰਦੀਆਂ ਦੀ ਦੇਣ ਕੀ ਆ, ਉਹਨਾਂ ਕਿਸਾਨ ਜਥੇਬੰਦੀਆਂ ਦੀ ਵਿਉਂਤਬੰਦੀ ਕੀ ਆ ਅਗਲੀ, ਉਹਨਾਂ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਕਿਸਾਨਾਂ ਲਈ ਕੀ ਕੀਤਾ ਵਾ। ਨਕਲੀ ਸਪਰੇਆਂ ਆਈਆਂ, ਖਾਦਾਂ ਨਕਲੀ ਆਈਆਂ, ਬੀਜ ਨਕਲੀ ਆਏ, ਉਹਨਾਂ ਦੇ ਬਾਰੇ ਕੀ ਸਟੈਪ ਚੁੱਕੇ ਉਹਨਾਂ ਨੇ, ਕਿ ਸਿਰਫ ਚੇਅਰਮੈਨੀਆਂ ਤੱਕ ਹੀ ਸੀਮਿਤ ਰਹਿ ਗਏ। ਜੇ ਤੇ ਉਹ ਰਹਿ ਗਏ ਚੇਅਰਮੈਨੀਆਂ ਤੱਕ ਸੀਮਿਤ, ਤੇ ਫਿਰ ਜਿਹੜੇ ਉਹ ਨਕਾਰਨ ਵਾਲੇ ਆ, ਜੇ ਉਹਨਾਂ ਦੀ ਦੇਣ ਕੋਈ ਹੈਗੀ ਆ ਤਾਂ ਫਿਰ ਉਹ ਜੇ ਕੋਈ ਬੰਦਾ ਚੰਗਾ ਹੈਗਾ ਤੇ ਲੈ ਆਓ। ਤੇ ਜੇ ਕਿਸੇ ਨੇ ਚੇਅਰਮੈਨੀਆਂ ਲੈ ਕੇ, ਜੇ ਕਿਸੇ ਨੇ ਮਤਲਬ ਵੀ ਕੋਈ ਪੋਸਟਾਂ ਲੈ ਕੇ ਜਾਂ ਪੈਸਾ ਲੈ ਕੇ ਬੈਠ ਜਾਣਾ ਵਾ, ਤੇ ਉਹ ਜਥੇਬੰਦੀਆਂ ਨਹੀਂ ਗੀ, ਉਹ ਸਿਰਫ ਇੱਕ ਬਿਜ਼ਨਸ ਆ, ਬਿਜ਼ਨਸ ਰਨ ਵਾ ਉਹਨਾਂ ਦਾ। ਸਮਾਂ ਆਉਣ ਦੇ ਉੱਤੇ 50 ਬੰਦੇ ਕਿਤੇ ਇਕੱਠੇ ਕਰ ਲਏ ਤੇ 4 ਪੈਸੇ ਲੈ ਕੇ ਉੱਠ ਕੇ। ਇਸ ਕਰਕੇ ਉਹਨਾਂ ਨਾਲ ਇਹ ਰੋਸ ਵਾ
ਠੀਕ ਹੈ ਜੀ। ਤੇ ਜਿਹੜਾ ਬੰਦਾ ਕੋਈ ਗੱਲਬਾਤ ਕਰਦਾ, ਹੋਰ ਕੋਈ ਗਲਤ ਗੱਲ ਕਰਦਾ ਵਾ, ਜਾਂ ਹੁਣ ਮਾਮਾ ਸਦੀਕ ਸਾਹਿਬ ਉਹਨਾਂ ਦੀ ਲਾ ਲਓ ਗੱਲਬਾਤ, ਉਹਨਾਂ ਤੇ ਜਿਹੜਾ ਗੱਲਬਾਤ ਆ ਉਹ ਗੁੱਸਾ ਆਇਆ, ਤਾਂ ਉਹਨਾਂ ਤੇ ਇਹ ਗੁੱਸਾ ਆਇਆ ਕਿ ਉਹਨਾਂ ਨੂੰ ਅਜੇ ਤੱਕ ਆਰਡੀਨੈਂਸ ਦਾ ਹੀ ਨਹੀਂ ਪਤਾ। ਤੇ ਫੱਕਰ ਬੰਦਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਉਹ ਤੇ ਮੌਜ ਫਕੀਰਾਂ ਦੀ ਹੈ। ਸੋ ਬੇਨਤੀ ਇੰਨੀ ਕੁ ਕਰਨੀ ਸੀ, ਇੱਕ ਪੱਤਰਕਾਰਾਂ ਤੇ ਬਹੁਤ ਰੋਸ ਆ ਵੀਰ ਜੀ, ਕਿਉਂਕਿ ਪੱਤਰਕਾਰ ਜਿਹੜੇ ਆ ਨਾ ਉਹ ਆਪਣੀ ਜਿਹੜੀ ਗੱਲ ਆ ਨਾ ਸਿਰਫ TRP ਦਾ ਕਰਕੇ ਦੂਜੇ ਦੇ ਮੂੰਹ 'ਚ ਪਾਉਣੀ ਚਾਹੁੰਦੇ। ਜੇ ਤੁਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਵੀਰ ਜਿਹੜੇ ਜਾਇਜ਼ ਆ ਨਾ ਉਹ ਸਵਾਲ ਕਰੋ। ਲੱਖੇ ਸਿਧਾਣੇ ਨੂੰ ਸਵਾਲ ਕਰਨਾ ਵਾ, ਜਾਇਜ਼ ਸਵਾਲ ਕਰੋ। ਜੇ ਤੁਸੀਂ ਦੀਪ ਨੂੰ ਸਵਾਲ ਕਰਨਾ ਵਾ, ਉਹਨੂੰ ਜਾਇਜ਼ ਕਰੋ ਸਵਾਲ। ਜੇ ਜਸ ਬਾਜਵਾ, ਕਿਸੇ ਨਾਲ ਸਾਡਾ ਕੋਈ, ਸਾਡੇ ਨਾਲ ਕੋਈ ਕਿਸੇ ਕਲਾਕਾਰ ਦਾ, ਕੋਈ ਕਿਸੇ ਲੀਡਰ ਦੀ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ। ਮੈਂ ਸਿਰਫ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਸ ਧਰਨੇ ਦੇ ਵਿੱਚ ਵਖਰੇਵੇਂ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਵਖਰੇਵਾਂ ਬਣਾਉਣ ਲਈ ਪਾਰਟੀਆਂ ਹੈਗੀਆਂ, ਬੰਦੇ ਖਰੀਦਣ ਲਈ ਜਿਹੜੀਆਂ ਪਾਰਟੀਆਂ ਹੈਗੀਆਂ ਵਾ। ਪੱਤਰਕਾਰ, ਜੇ ਤੁਸੀਂ ਪੱਤਰਕਾਰ ਜਾਨ ਤਲੀ ਦੇ ਉੱਤੇ ਧਰ ਕੇ ਲੋਕਾਂ ਦੇ ਲਈ, ਸਮਾਜ ਦੇ ਲਈ, ਸਮਾਜ ਦੀਆਂ ਕੁਰੀਤੀਆਂ ਅੱਗੇ ਰੱਖਦੇ ਹੁੰਦੇ ਸੀ। ਅੱਜ ਤੋਂ 25, 30, 50 ਸਾਲ ਪਹਿਲਾਂ ਕਈਆਂ ਪੱਤਰਕਾਰਾਂ ਨੇ ਆਪਣੀ ਜਾਨ ਗਵਾਈ ਆ। ਪੱਤਰਕਾਰ ਜਿਹੜੇ ਹੁੰਦੇ ਸੀ, ਪੱਤਰਕਾਰ ਡਰੱਗ ਮਾਫੀਆ ਦੀਆਂ ਰਿਪੋਰਟਾਂ ਲੈਣ ਗਏ ਆ, ਕਤਲ ਹੋ ਜਾਂਦੇ। ਪੱਤਰਕਾਰ ਜਿਹੜੇ ਆ ਕੁਝ ਘੁਟਾਲੇ, ਕੋਈ ਸਟ੍ਰਿੰਗ ਆਪਰੇਸ਼ਨ ਕਰਦੇ ਹੁੰਦੇ ਸੀ, ਕੁਝ ਇਦਾਂ ਦੀਆਂ ਮਤਲਬ ਵੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਜਿਨ੍ਹਾਂ ਨਾਲ ਉਹਨਾਂ ਨੂੰ ਜਾਨ ਤੱਕ ਦੇਣੀ ਪੈਂਦੀ। ਬਟ ਤੁਸੀਂ ਕਿਹੜੀ ਪੱਤਰਕਾਰੀ ਕਰਨ ਡਏ ਹੋ? ਤੁਸੀਂ ਇਹ ਅੱਜ ਪੱਤਰਕਾਰੀ ਕਰਨ ਡਏ ਹੋ, ਜੇ 50 ਬੰਦੇ ਅੱਜ ਤੁਰੇ ਆ ਤਾਂ 50 ਬੰਦਿਆਂ ਦੇ ਵਿੱਚ ਤੁਸੀਂ ਇਦਾਂ ਦਾ ਇੱਕ ਪਾੜ ਵਧਾਉਣ ਦੀ ਗੱਲ ਕਰਨ ਡਏ ਹੋ ਕਿ ਉਹ ਬੰਦੇ ਕਦੀ ਭਵਿੱਖ ਦੇ ਵਿੱਚ ਇਕੱਠੇ ਹੀ ਨਾ ਬਹਿ ਸਕਣ। ਦੀਪ ਸਿੱਧੂ ਨੂੰ ਤੁਸੀਂ ਜਾ ਕੇ ਇਹੋ ਸਵਾਲ ਕਰਦੇ ਹੋ, ਠੀਕ ਹੈ ਜੀ, ਦੀਪ ਸਿੱਧੂ ਨੂੰ ਤੁਸੀਂ ਜਾ ਕੇ ਇਹ ਸਵਾਲ ਕਰਦੇ ਹੋ ਤੇਰਾ ਲੱਖੇ ਨਾਲ ਕੀ ਰੌਲਾ। ਹਾਲਾਂਕਿ ਜਿਹੜੀ ਉੱਥੇ ਗੱਲਬਾਤ ਪੁੱਛਣੀ ਚਾਹੀਦੀ, ਤੁਹਾਨੂੰ ਉੱਥੇ ਦੀ ਪਲੈਨਿੰਗ ਪੁੱਛਣੀ ਚਾਹੀਦੀ। ਦੂਜੇ ਬੰਦੇ ਨੂੰ ਤੁਸੀਂ ਜਾ ਕੇ ਉਸ ਬੰਦੇ ਆਪਣੀ ਜਿਹੜੀ ਤੁਸੀਂ ਗੱਲਬਾਤ ਆ ਉਹ ਧੱਕੇ ਨਾਲ ਅਗਲੇ ਦੇ ਮੂੰਹ ਦੇ ਵਿੱਚ ਠੂਸਣੀ ਚਾਹੁੰਦੇ। ਸ਼ਰਮ ਨੂੰ ਹੱਥ ਮਾਰੋ ਥੋੜਾ ਜਿਹਾ। ਇਹਨੂੰ, ਇਹ ਧਰਨੇ ਦੇ ਵਿੱਚੋਂ ਤੁਸੀਂ ਉਹਨਾਂ ਦੇ ਅੱਗੇ ਅਪੀਲ ਕਰੋ ਕਿ ਤੁਸੀਂ ਇਕੱਠੇ ਹੋ ਕੇ ਤੁਰੋ। ਜੇ ਤੁਸੀਂ ਵੱਖ-ਵੱਖ ਥਾਂ ਦੇ ਉੱਤੇ ਵੱਖ-ਵੱਖ ਸੰਘਰਸ਼ ਕਰਨਾ ਵਾ ਤੇ ਕਰੋ, ਪਰ ਤੁਹਾਡੀ ਸੋਚ ਇੱਕ ਹੋਣੀ ਚਾਹੀਦੀ ਆ। ਬਟ ਤੁਸੀਂ ਉੱਥੇ ਤੇ ਸੋਚ, ਉਹਨਾਂ ਦੀ ਸੋਚ ਦੇ ਵਿੱਚ ਮਤਲਬ ਵੀ ਇੱਕ ਦਰਾਰ ਬਣ ਡਏ। ਤੁਸੀਂ ਦਿਲੀ ਤੌਰ ਦੇ ਉੱਤੇ ਉਹਨਾਂ ਦੇ ਮੂੰਹ ਦੇ ਵਿੱਚ ਆਪਣੇ ਲਫ਼ਜ਼ ਪਾ ਕੇ ਉਹਨਾਂ ਦੇ ਕੋਲੋਂ ਇੱਕ ਦੂਜੇ ਦੇ ਬਾਰੇ ਕੋਈ ਇਦਾਂ ਦੀ ਨਿੱਕੀ ਮੋਟੀ ਗੱਲ ਕਰਾ ਕੇ ਵੱਡਾ ਹੈਡਿੰਗ ਦੇਣਾ ਵਾ। ਦੀਪ ਸਿੱਧੂ ਨੇ ਲੱਖੇ ਸਿਧਾਣੇ ਬਾਰੇ ਆਹ ਬੋਲਿਆ, ਜਸ ਬਾਜਵਾ ਨੇ ਦੀਪ ਸਿੱਧੂ ਬਾਰੇ ਆਹ ਬੋਲਿਆ, ਠੀਕ ਹੈ ਜੀ। ਤੁਸੀਂ ਇੱਕ ਉਹਨਾਂ ਦੇ ਵਿੱਚ ਇੱਕ ਇਦਾਂ ਦਾ ਫਾਸਲਾ ਬਣਾਉਣਾ ਚਾਹੁੰਦੇ ਹੋ ਜਿਹੜਾ ਮਤਲਬ ਵੀ ਦਿਖਣਾ ਨਹੀਂਗਾ ਕਿਸੇ ਨੂੰ। ਉਹਨਾਂ ਦੇ ਦਿਲਾਂ ਦੇ ਵਿੱਚ ਦਰਾਰ ਪਾਓਗੇ, ਉਹਨਾਂ ਦੇ ਖਿਆਲਾਂ ਦੇ ਵਿੱਚ, ਉਹਨਾਂ ਦੀ ਸੋਚ ਦੇ ਵਿੱਚ ਇੱਕ ਦੂਜੇ ਪ੍ਰਤੀ ਜ਼ਹਿਰ ਭਰੋਗੇ ਤੁਸੀਂ, ਤੇ ਫਿਰ ਇਹ ਸੰਘਰਸ਼, ਫਿਰ ਇਹ ਮੋਰਚੇ, ਫਿਰ ਇਹ ਧਰਨੇ, ਇਹ ਸਾਰੇ ਆਪਣੇ ਆਪ ਹੀ ਤਾਰ-ਪੀੜੋ ਹੋ ਜਾਣੇ ਆ। ਤੇ ਗੱਲ ਫਿਰ ਉਹੀ ਹੋਣੀ ਆ ਵੀ ਜਿੱਥੇ ਸਾਡਾ ਦੁਸ਼ਮਣ ਕਾਮਯਾਬ ਹੋਣਾ ਚਾਹੁੰਦਾ ਸੀ, ਉਹਨੂੰ ਕਾਮਯਾਬ ਕਰਨ ਦੇ ਵਿੱਚ ਤੁਹਾਡਾ ਵੱਡਾ ਹੱਥ ਹੋਣਾ। ਤੁਸੀਂ ਉਸ ਕਾਮਯਾਬੀ ਵਿੱਚ, ਉਹਨਾਂ ਦੀ ਕਾਮਯਾਬੀ ਦੇ ਵਿੱਚ, ਉਹਨਾਂ ਦੇ ਜਸ਼ਨ ਦੇ ਵਿੱਚ ਸ਼ਰੀਕ ਤਾਂ ਨਹੀਂ ਹੋ ਸਕਦੇ, ਬਟ ਤੁਸੀਂ ਭਾਗੀਦਾਰ ਜ਼ਰੂਰ ਬਣੋਗੇ। ਸੋ ਇੰਨੀਆਂ ਕੁ ਬੇਨਤੀਆਂ ਵਾ, ਆਪਣੇ ਫਰਜ਼ ਪਛਾਣੋ। ਜੇ ਕੱਲ ਨੂੰ ਪੰਜਾਬ ਨਾ ਰਿਹਾ, ਜੇ ਕਿਤੇ ਪੰਜਾਬੀਅਤ ਨਾ ਰਹੀ, ਜੇ ਕਿਤੇ ਲੋਕ ਨਾ ਰਹੇ, ਤੇ ਰੋਟੀ ਪਾਣੀ ਤੁਹਾਡੇ ਵੀ ਬੰਦ ਹੋ ਜਾਣੀ। ਮੰਨਿਆ ਕਿ ਤੁਹਾਡੀ ਰੋਟੀ ਮਾਈਕ ਤੋਂ ਚੱਲਦੀ ਆ, ਮੰਨਿਆ ਤੁਹਾਡੀ ਰੋਟੀ ਤੁਹਾਡੇ ਸ਼ਬਦਾਂ ਤੋਂ ਚੱਲਦੀ ਆ, ਮੰਨਿਆ ਤੁਹਾਡੀ ਰੋਟੀ ਤੁਹਾਡੇ ਮਾਈਂਡ ਤੋਂ ਚੱਲਦੀ ਆ। ਤੁਸੀਂ ਹਲ ਨਹੀਂ ਵੀ ਵਾਉਂਦੇ, ਤੁਸੀਂ ਨੱਕੇ ਨਹੀਂ ਮੋੜਦੇ, ਤੁਸੀਂ ਖਾਲਾ ਨਹੀਂ ਖਾਲਦੇ। ਪਰ ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ, ਤੁਹਾਡੀ ਬਲੱਡ ਲਾਈਨ ਸਾਡੇ ਵਾਲੀ ਆ, ਤੇ ਬਲੱਡ ਲਾਈਨ ਸਾਡੇ ਵਾਲੀ ਆ, ਤੇ ਸੋਚ ਵੀ ਜਿਹੜੀ ਉਹ ਸਾਡੇ ਵਾਲੀ ਰੱਖੋ।
ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਬਸ, ਆਪਣੇ ਭਰਾਵਾਂ ਵਾਲੇ ਵੀ ਬੰਨੇ ਵੀ ਤੇ ਆਪਣੀ ਚੋਣ ਵਾਲੇ ਬੰਨੇ ਵੀ। ਲੀਡਰਾਂ ਨੂੰ ਸੁਧਾਰਨ ਦੀ ਜਗ੍ਹਾ ਤੇ ਸਰਕਾਰਾਂ ਨੂੰ ਸੁਧਾਰਨ ਦੀ ਜਗ੍ਹਾ ਤੇ ਪਹਿਲਾਂ ਥੋੜੇ ਜਿਹੇ ਆਪ ਸੁਧਰੀਏ। ਠੀਕ ਹੈ ਜੀ, ਸਾਨੂੰ ਆਪ ਨੂੰ ਸੁਧਰਨਾ ਪਊਗਾ। ਐਰਕਾਂ ਦੀ ਵਾਰੀ ਅਸੀਂ ਉਹ ਪਹਿਲਾ ਲੀਡਰ ਜਿਤਾਇਆ, ਇੱਕ ਲੀਡਰ ਜਿਤਾਇਆ, ਦੂਜੀ ਵਾਰੀ ਅਸੀਂ ਉਹਦਾ ਬਦਲ ਜਿਹੜਾ ਵਾ ਦੂਜੀ ਪਾਰਟੀ ਦਾ ਲੈਣ ਦਾ। ਤੀਜੀ ਵਾਰੀ ਕੀ ਕੀਤਾ, ਸਾਨੂੰ ਉਹ ਚੰਗਾ ਨਹੀਂ ਲੱਗਾ, ਪਹਿਲੇ ਵਾਲਾ ਅਸੀਂ ਫਿਰ ਚੁੱਕ ਕੇ ਲੈਣ ਦਾ। ਅਗਲੀ ਯਾਰ ਨੂੰ ਸਾਲਾ ਉਹ ਨਹੀਂ ਚੰਗਾ ਲੱਗਾ, ਅਸੀਂ ਫਿਰ ਪਹਿਲੇ ਦੂਜੀ ਯਾਰ ਵਾਲਾ ਲੈਣ ਦਾ। ਸਾਨੂੰ ਜਿਹੜੇ ਬਦਲ ਵਾ ਨਾ ਉਹ ਚੰਗੇ ਲੱਭਣੇ ਪੈਣਗੇ। ਜਿੰਨਾ ਚਿਰ ਸਾਡੇ ਕੋਲ ਬਦਲ ਨਹੀਂ ਚੰਗੇ ਹੈਗੇ ਨਾ, ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ। ਸੋ ਇੰਨੀ ਕੁ ਬੇਨਤੀ ਆ, ਸਰਕਾਰਾਂ ਨੂੰ ਛੱਡੀਏ, ਬਾਦਲ ਨੂੰ, ਕੈਪਟਨ ਨੂੰ, ਕੇਜਰੀਵਾਲ ਤੱਕ ਸੋਚ ਛੱਡੀਏ, ਉੱਥੋਂ ਤੱਕ ਸੋਚ ਲੈ ਕੇ ਹੀ ਨਾ ਜਾਈਏ। ਸੋਚ ਆਪਣੇ ਤੱਕ ਹੀ ਲੈ ਜਾਈਏ। ਆਪਣਾ ਜਿਹੜਾ ਸਰੀਰ ਆਪਣਾ 5 ਫੁੱਟ ਤੋਂ 6 ਫੁੱਟ ਦਾ 10 ਫੁੱਟ ਦਾ ਜਿੰਨੇ ਦਾ ਵੀ ਹੈਗਾ, ਇਹਦੇ ਵਿੱਚ ਜਿਹੜਾ ਦਿਮਾਗ ਆ ਇਹਨੂੰ ਥੋੜਾ ਜਿਹਾ ਡਾਇਵਰਟ ਕਰੀਏ। ਨਹੀਂ ਆਪਣੀ ਸੋਚ ਦਾ ਜਿਹੜਾ ਵਾ ਸੌਦਾ ਲਾਈਏ ਕਿ ਸਾਡਾ ਲੀਡਰ ਇਮਾਨਦਾਰ ਕਿਹੜਾ ਹੋਊਗਾ। ਉੱਪਰ ਤੱਕ ਆਪੇ ਬਦਲ ਜਾਣਾ ਸਭ ਕੁਝ। ਜਿੰਨਾ ਚਿਰ ਤੱਕ ਅਸੀਂ ਆਪਣੀ ਸੋਚ ਦਾ ਜਿਹੜਾ ਦਾਇਰਾ ਨਹੀਂ ਵਧਾਉਂਦੇ, ਉਹਨਾਂ ਚਿਰ ਕੁਝ ਨਹੀਂ ਗੱਲਬਾਤ ਬਣਦੀ। ਠੀਕ ਹੈ ਜੀ, ਤੇ ਬਾਕੀ ਬੇਨਤੀ ਇੰਨੀਆਂ ਕੁ ਕਰਨੀਆਂ ਸੀ, ਫਿਰ ਕਰਾਂਗੇ। ਕੱਲ ਸ਼ਾਮਾਂ ਨੂੰ ਘਰ ਪਹੁੰਚ ਜਾਣਾ ਆਪਾਂ। ਤੇ ਨਾਲੇ ਜਿਹੜੇ ਮੇਰੇ ਵੀਰ ਕੁਝ ਬਾਹਲੇ ਤੱਤੇ ਹੋਏ ਆ ਸਾਡੇ ਤੇ ਕਿ ਤੁਸੀਂ ਕੀ ਲੈਣਾ ਪੰਜਾਬ ਤੋਂ, ਤੁਸੀਂ ਬਾਹਰ ਬੈਠੇ ਹੋ ਇੱਦਾਂ, ਤੇ ਫਿਰ ਜਾ ਕੇ 2 ਛੁੱਟੀਆਂ ਕਰਾਂਗੇ ਆਪਾਂ, ਤੇ 2 ਕੁ ਦਿਨ ਇਸ ਮਸਲੇ ਤੋਂ ਦੂਰ ਰਵਾਂਗੇ। ਜਿਹੜੀ ਗੱਲ ਤੁਸੀਂ ਕਹਿ ਦਿੰਦੇ ਤੇ ਫਨ ਸ਼ਨ ਕਰੋ, ਤਾਂ ਕਰਾਂਗੇ ਕੋਸ਼ਿਸ਼ ਕਿਸੇ ਬੰਨੇ ਜਾਣ ਦੀ। ਤੇ ਜੇ ਮੌਕਾ ਹੋਇਆ ਤਾਂ ਜ਼ਰੂਰ ਤੁਹਾਡੇ ਸਨਮੁਖ ਹੋਵਾਂਗੇ। ਫਿਰ ਬਾਕੀ ਗੱਲਬਾਤ ਥੋੜ੍ਹੀ ਬਹੁਤ ਆਪਾਂ ਜਿਹੜੀ ਤੁਹਾਡੇ ਸਾਹਮਣੇ ਰੱਖਦੇ ਰਹਿੰਦੇ ਆ ਵੀਰ ਜੀ। ਤੇ ਹੇਟਰਾਂ ਨੂੰ ਵੀ ਬਹੁਤ ਬਹੁਤ ਮਿਹਰਬਾਨੀ, ਕਿਉਂਕਿ ਤੁਹਾਡੇ ਕਰਕੇ ਵੀ ਸਾਡੀ ਗੱਲ ਦੂਰ ਤੱਕ ਜਾਂਦੀ ਆ। ਤੁਸੀਂ ਸਾਨੂੰ ਗਾਲਾਂ ਕੱਢਦੇ ਹੋ, ਤੁਸੀਂ ਸਾਨੂੰ ਕੁੱਤੇ, ਸਾਲੇ, ਫੁੱਦੂ, ਜੋ ਕੁਝ ਵੀ ਕਹਿੰਦੇ ਹੋ, ਉਹ ਸਿਰ ਮੱਥੇ ਆ, ਪ੍ਰਵਾਨ ਵਾ। ਕਿਉਂਕਿ ਜਿੰਨਾ ਚਿਰ ਬੰਦੇ ਦਾ ਵਿਰੋਧ ਨਹੀਂ ਹੁੰਦਾ, ਉਨਾ ਚਿਰ ਉਸ ਬੰਦੇ ਦੇ ਵਿੱਚ ਗੱਲ ਕਰਨ ਦੇ ਗਟਸ ਵੀ ਨਹੀਂ ਆਉਂਦੇ। ਠੀਕ ਹੈ ਨਾ। ਜੇ ਕੁਝ ਬੰਦੇ ਮੇਰਾ ਵਿਰੋਧ ਨਾ ਕਰਦੇ, ਤਾਂ ਸ਼ਾਇਦ ਮੈਂ ਉਨੀ ਹਿੰਡ ਲੈ ਕੇ ਤੇ ਆ ਸਮਾਜ ਸੇਵੀਆਂ ਦੇ ਝੱਗੇ ਨਾ ਚੁੱਕਦਾ। ਤਾਂ ਜਿਹੜੀ ਤੁਹਾਡੀ ਗੱਲਬਾਤ ਹੁੰਦੀ ਨਾ, ਜਦੋਂ ਜੇ ਸਾਰੇ ਸਪੋਰਟਰ ਹੀ ਹੋਣ ਨਾ, ਤਾਂ ਫਿਰ ਗੱਲਬਾਤ ਇੱਥੇ ਜੇ ਆ ਜਾਂਦੀ, ਮੁੱਕ ਜਾਂਦੀ। ਯਾਰ ਸਾਰੇ ਦੇ ਬੰਦੇ ਆਪਣੇ ਆ, ਇਹਨਾਂ ਨੂੰ ਕੀ ਦੱਸਣਾ, ਇਹਨਾਂ ਨੂੰ ਪਰਸਨਲ ਵੀ ਦੱਸ ਦਾਂਗੇ। ਜਿਹੜੀ ਗੱਲ ਕਰਨੀ ਹੁੰਦੀ ਆ ਨਾ ਆਪਾਂ, ਜੇ ਕੋਈ ਆਪਣੀ ਗੱਲ ਤਾਂ ਰੱਖਣੀ ਆ, ਉਹ ਆਪਣੇ ਵਿਰੋਧੀਆਂ ਤੱਕ ਰੱਖਣੀ ਹੁੰਦੀ ਆ। ਸਪੋਰਟਰਾਂ ਤੱਕ ਤੇ ਸਪੋਰਟਰਾਂ ਨੂੰ ਤਾਂ ਸਾਡਿਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਅਸੀਂ ਕੀ ਸੋਚਦੇ ਆ। ਤੇ ਜਿਹੜੀ ਆਪਾਂ ਗੱਲ ਰੱਖਣੀ ਹੁੰਦੀ ਆ, ਉਹ ਵਿਰੋਧੀਆਂ ਤੱਕ ਰੱਖਣੀ ਹੁੰਦੀ ਆ। ਕਿਉਂਕਿ ਜੇ ਵਿਰੋਧੀ ਨੂੰ ਸਾਡੇ ਵਿਚਾਰ ਪਤਾ ਲੱਗਣਗੇ, ਵਿਰੋਧੀ ਨੂੰ ਸਾਡੀ ਵਿਚਾਰਧਾਰਾ ਪਤਾ ਲੱਗੂਗੀ, ਉਹ ਸਾਡੇ ਗਾੜੀ ਡਿੱਕੇ ਡਾਊਗਾ, ਤੇ ਸਾਡੀ ਹਿੰਡ ਬਣੂਗੀ ਵੀ ਅਸੀਂ ਉਹ ਵਿਰੋਧੀ ਨੂੰ ਆਪਣੀ ਗੱਲ ਦੱਸਣੀ ਕਿੱਦਾਂ ਵਾ ਵੀ ਅਸੀਂ ਸਹੀ ਆ ਜਾਂ ਗਲਤ ਆ। ਤੁਹਾਡੇ ਗਾਲਾਂ ਕੱਢਣ ਦੇ ਨਾਲ ਆਪਣੀ ਸਿਹਤ ਤੇ ਕੋਈ ਫਰਕ ਨਹੀਂ ਪੈਣ ਲੱਗਾ। ਠੀਕ ਆ ਜੀ, ਤੇ ਮਿਲਦੇ ਆ ਫਿਰ ਕੱਲ ਨੂੰ ਬਾਬਿਓ। ਉਮੀਦ ਆ ਕਿ ਤੁਹਾਨੂੰ ਮੇਰੀਆਂ ਕੁਝ ਗੱਲਾਂ ਥੋੜੀਆਂ ਕੌੜੀਆਂ ਵੀ ਲੱਗੀਆਂ ਹੋਣਗੀਆਂ, ਕੁਝ ਵੀਰਾਂ ਨੂੰ ਚੰਗੀਆਂ ਵੀ ਲੱਗੀਆਂ ਹੋਣਗੀਆਂ। ਜੇ ਕੁਝ ਚੰਗੀਆਂ ਲੱਗੀਆਂ ਉਹ ਚੱਕ ਲਿਓ, ਬਾਕੀ ਜੇ ਕੋਈ ਗੱਲ ਨਹੀਂ ਚੰਗੀ ਲੱਗੀ ਤੇ ਟਰੈਸ਼ ਕਰ ਦਿਓ। ਠੀਕ ਆ, ਲੋੜ ਵਾ ਸਾਨੂੰ ਇੱਕ ਹੋਣ ਦੀ, ਲੋੜ ਆ ਸਾਨੂੰ ਇਸ ਗੱਲ ਕਰਨ ਦੀ ਕਿ ਅਸੀਂ ਜਿਹੜੀ ਗੱਲਬਾਤ ਆ ਵੀ ਉਹ ਆਪਾਂ ਇੱਥੇ ਇਸ ਮੌਕੇ ਦੇ ਉੱਤੇ ਆਪਾਂ ਕਿਸੇ ਨੂੰ ਵੀ ਆਪਣੇ ਨਾਲੋਂ ਦੂਰ ਨਹੀਂ ਕਰਨਾ। ਜੇ ਉਹਦੀ ਸੋਚ ਸਾਡੇ ਨਾਲ ਨਹੀਂ ਰਲਦੀ, ਬਟ ਉਹਦੀ ਮੰਜ਼ਿਲ ਸਾਡੇ ਨਾਲ ਰਲਦੀ ਆ, ਜੇ ਉਹ ਥੋੜਾ ਜਿਹਾ ਵੱਖ ਚੱਲ ਕੇ ਹੋਰ ਕਿਸੇ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ, ਪਰ ਉਹ ਜਿਹੜਾ ਕੰਮ ਆ ਉਹ ਸਾਡੇ ਹੱਕ ਦੇ ਵਿੱਚ ਆ, ਤਾਂ ਉਹ ਬੰਦੇ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ। ਆਪਾਂ ਆਪਣੇ ਤਰੀਕੇ ਨਾਲ ਕਰੀ ਜਾਈਏ, ਉਹਨੂੰ ਉਹਦੇ ਤਰੀਕੇ ਨਾਲ ਕਰਨ ਦਈਏ। ਬਟ ਆਪਾਂ ਲੋਕਾਂ ਦੇ ਵਿੱਚ ਆਪਣੇ ਇੱਕ ਦੂਜੇ ਦਾ ਤਮਾਸ਼ਾ ਨਾ ਬਣਾਈਏ ਕਿ ਉਹ ਮੇਰੇ ਉਲਟਾ, ਮੈਂ ਉਹਦੇ ਉਲਟ ਵਾਂ। ਇਹ ਮੇਰੀ ਲੱਖੇ ਸਿਧਾਣੇ ਨੂੰ, ਦੀਪ ਵੀਰ ਨੂੰ, ਜਸ ਬਾਜਵੇ ਹੋਣਾ ਨੂੰ, ਜਿਹੜਾ ਵੀ ਹੋਰ ਕੋਈ ਵੀਰ ਮੇਰਾ ਉੱਥੇ ਆਇਆ, ਉਹਨਾਂ ਸਾਰਿਆਂ ਅੱਗੇ ਗੱਲਬਾਤ ਆ ਵੀ ਆਪਣੇ ਮੂੰਹ ਦੇ ਵਿੱਚੋਂ ਪੱਤਰਕਾਰਾਂ ਵੱਲੋਂ ਪਾਏ ਬੋਲ ਨਾ ਬੋਲੋ ਵੀਰ। ਇਹ ਜਿਹੜੀ ਗੱਲਬਾਤ ਆ, ਇਹ ਗੱਲਬਾਤ ਤੁਹਾਡੇ ਤੋਂ ਬੁਲਾਈ ਜਾ ਰਹੀ ਇੱਕ ਦੂਜੇ ਦੇ ਵਿਰੁੱਧ। ਬਚੋ ਇਹਨਾਂ ਗੱਲਾਂ ਤੋਂ। ਤੇ ਬਾਕੀ ਬੇਨਤੀ ਆ ਭਰਾਵੋ, ਆ ਜਿਹੜੇ 2 ਬੰਦੇ ਆ ਨਾ, ਇਹਨਾਂ ਨੂੰ ਨਾ ਚੁਣਿਓ ਯਾਰ, ਅਗਲੀ ਯਾਰ ਇਹਨਾਂ ਨੂੰ ਨਾ ਚੁਣਿਓ। ਆ ਜਿਹੜਾ ਇਹ ਕੰਮ ਮਸਦੀਕ ਆ, ਤੇ ਉਹ ਦੂਜੀ ਮਤਲਬ ਵੀ ਇਸ ਸਾਈਆਂ ਦੀ ਜਿਹੜੀ ਕੋਈ ਹੈਗੀ, ਕੀ ਪਤਾ ਨਹੀਂ
ਫੱਕਰ ਕੇ ਸਾਈਆਂ ਦੀ ਕੰਜਰੀ ਕੁੰਜਰੀ ਕੁਝ ਇਦਾਂ ਦੇ ਬੰਦਿਆਂ ਨੂੰ ਸਿਆਸਤ ਤੋਂ ਦੂਰ ਰਹਿਣ ਦਿਆ ਕਰੋ। ਜੇ ਸੌਣਾ ਹੀ ਆ ਤੇ ਘਰ ਬੈੱਡ ਬੁੱਡ ਦਿੱਤੇ ਮਹਾਰਾਜ ਨੇ, ਸਾਰੀ ਉਮਰ ਕਮਾਈ ਕੀਤੀ ਹੈ, ਲੋਕਾਂ ਦੇ ਵਿੱਚ ਹੇਕਾਂ ਲਾ ਲਾ ਕੇ ਪੈਸੇ ਕਮਾਏ ਇਹਨਾਂ ਨੇ, ਤੇ ਇਹਨਾਂ ਨੂੰ ਘਰੇ ਸੌਣ ਦਿਆ ਕਰੋ, ਕਿਉਂਕਿ ਲੋੜ ਨਹੀਂ ਹੈਗੀ ਉੱਥੇ ਜਾ ਕੇ ਸੌਣ ਦੀ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਣੀ ਹੈ। ਆਗਿਆ ਦਿਓ, ਫਿਰ ਮਿਲਦੇ ਆ ਕੱਲ ਨੂੰ, ਮਾਰਦੇ ਆ ਗੱਪਸ਼ਪ। ਤੇ ਹੁਣ ਮੈਂ ਵੀ ਲਾਵਾਂ ਘਰਾਂ ਨੂੰ ਫੋਨ ਲਾ ਕੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਲਈਏ ਤੇ ਫਿਰ ਗੱਲਬਾਤ ਕਰਾਂਗੇ। ਉਮੀਦ ਆ ਕਿ ਸੱਜਣਾ ਨੂੰ ਮੇਰੀਆਂ ਕੁਝ ਗੱਲਾਂ ਸ਼ਾਇਦ ਗਲਤ ਲੱਗੀਆਂ ਹੋਣ, ਪਰ ਉਹਨਾਂ ਦੇ ਆਪਣੇ ਕੌਰ ਸਿੰਘ ਬਰਾੜ, ਮੇਰਾ ਨਰਿੰਦਰਜੀਤ ਸਿੰਘ ਵੀਰ, ਕੁਲਵੰਤ ਸਿੰਘ, ਆਪਣੇ ਸਾਰੇ ਜਿੰਨੇ ਵੀ ਮੇਰੇ ਭਰਾ, ਆਪਣਾ ਡਾਕਟਰ ਲੇਜੈਂਡ, ਆਪਾਂ ਸਾਰਿਆਂ ਦੇ ਅੱਗੇ ਇਹੋ ਬੇਨਤੀ ਹੈ ਵੀ ਕੁਝ ਗੱਲਾਂ ਮੇਰੀਆਂ ਤੁਹਾਨੂੰ ਵੀ ਸ਼ਾਇਦ ਚੰਗੀਆਂ ਨਾ ਲੱਗੀਆਂ ਹੋਣ। ਆਪਣਾ ਛੋਟਾ ਭਰਾ, ਵੱਡਾ ਭਰਾ, ਬੱਚਾ ਸਮਝ ਕੇ ਮਾਫ ਕਰ ਦਿਓ। ਜਿਹੜੀ ਕੋਈ ਗੱਲ ਚੰਗੀ ਲੱਗੀ ਉਹਨੂੰ ਸਮਝ ਲਿਓ, ਜਿਹੜੀ ਕੋਈ ਗਲਤ ਲੱਗੀ ਉੱਥੇ ਮੈਨੂੰ ਦੱਸਿਓ ਵੀ, ਤੇ ਨਾਲ ਉਹਨੂੰ ਟਰੈਸ਼ ਵੀ ਕਰ ਦੇਣਾ ਆਪਾਂ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਇਹਨਾਂ ਸਮਾਂ ਦੇਣ ਲਈ, ਕਾਫੀ ਸਮਾਂ ਹੋ ਗਿਆ। ਤੇ ਮਿਲਦੇ ਆ ਫਿਰ ਬਾਬਿਓ, ਆਪਾਂ ਫਿਰ ਗੱਲਬਾਤ ਕਰਾਂਗੇ ਕੁਝ, ਜੇ ਕੋਸ਼ਿਸ਼ ਕਰਾਂਗੇ ਜੇ ਦੀਪ ਵੀਰ ਨੂੰ ਆਪਾਂ ਕਿਸੇ ਦਿਨ ਲਾਈਵ ਦੇ ਉੱਤੇ ਲਿਆ ਸਕੇ ਤੇ ਆਪਾਂ ਲੈਣ ਕੇ ਗੱਲਬਾਤ ਕਰਾਂਗੇ। ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।